KRP 1550 AM ਤੇ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:26 ਹੋਏ ਨੇ। 5 ਫਰਵਰੀ ਦਾ ਦਿਨ ਹੈ, ਵਰਾ 2021 ਦਾ, ਸ਼ੁੱਕਰਵਾਰ ਹੈ। 24 ਮਾਘ ਨਾਨਕ ਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਤੁਹਾਨੂੰ ਖਬਰਾਂ ਜਿਹੜੀਆਂ ਸੁਣਾਉਣਾ, ਕੁਝ ਖਾਸ ਖਬਰਾਂ ਜਿਹੜੀਆਂ ਇੱਥੇ ਦੀਆਂ ਤੇ ਭਾਰਤ ਦੀਆਂ ਤੇ ਹੋਰ ਦੁਨੀਆ ਦੀਆਂ, ਤੁਸੀਂ ਸ਼ਾਮਲ ਹੋਣਾ। ਇਸ ਦੇ ਨਾਲ ਹੀ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਆਪਾਂ ਗੱਲਬਾਤ ਅੱਜ ਕਰਨੀ ਹੈ ਵੱਡੇ ਘੱਲੂਘਾਰੇ ਦੀ। ਉੱਪਰ ਹੀੜੇ ਦੇ ਘੱਲੂਘਾਰੇ ਤੋਂ ਪਹਿਲਾਂ 16 ਵਰ੍ਹੇ ਪਹਿਲਾਂ ਛੋਟਾ ਘੱਲੂਘਾਰਾ ਵਾਪਰਿਆ ਸੀ। ਉਸ ਦੀ ਗੱਲ ਦੂਸਰੇ ਤੇ ਤੀਸਰੇ ਦੀ 1984 ਤੱਕ ਇਹ ਘੱਲੂਘਾਰਿਆਂ ਦੇ ਵਿੱਚ ਕੌਮ ਜਿਹੜੀ ਲੰਘ ਰਹੀ ਹੈ, ਮਹਿਸੂਸ ਨਹੀਂ ਕਰਦੇ। ਅਸੀਂ ਪੜ੍ਹ ਕੇ ਅੱਗੇ ਲੰਘ ਜਾਂਦੇ ਹਾਂ। ਅੱਜ ਉਸ ਨੂੰ ਰੂਪਮਾਨ ਕਰਨ ਦਾ ਯਤਨ ਕਰਾਂਗਾ ਮੈਂ, ਵੱਡੇ ਘੱਲੂਘਾਰੇ ਨੂੰ, ਕੋਪਰ ਹੀੜੇ ਦੀ ਧਰਤੀ ਨੂੰ। ਤੁਸੀਂ ਸ਼ਾਮਲ ਹੋਣਾ 1-844 247 1550 ਤੇ 184424715550 krpradio.com ਤੇ ਸਿੱਧਾ ਪ੍ਰਸਾਰਣ ਚੱਲਦਾ ਹੈ, ਤੇ ਫੇਸਬੁੱਕ ਤੇ ਲੋਕ ਸੱਥ ਤੇ ਲਾਈਵ ਚੱਲਦਾ ਹੈ, ਤੇ ਮੁੜ ਕੇ YouTube ਤੇ LOKSATTH ਇੱਥੇ ਤੁਸੀਂ ਬਾਅਦ ਚ ਵੀ ਪ੍ਰੋਗਰਾਮ ਜਿਹੜਾ ਹੈ ਉਹ ਸੁਣ ਸਕਦੇ ਹੋ। 604 729 1224 604 7291224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ 604 729 1224। कोयल जैसा बोल ते हंस जैसी तोर है नहीं, कोयल जैसा बोल ते हंस जैसी तोर है नहीं, जहर जैसा कौड़ा ते शहद जैसा मिठा ना, जर्मनी दी तोप ते सफाई ना, फ्रांस जैसी रूम दे जवान जिहा जवान कोई डिठा ना, थली जैसा बैल ते इराकी ना, ईरान जैसा बांगर दी मझ जैसा किसे भी मैं दा पिठा ना, रजब अली जैसा ना अकलहीन शहर कोई, वारिस शाह दी हीर दे समान कोई चिट्ठा ना, खुशी ना बरात जिन्नी, बरकत जमात जिन्नी, तंगी हवालात जिन्नी, डर है ना डैन जेहा, फौज जैसा ठाठ, राजा डिठा ना, बराट जैसा दुल्ले जैसा राठ, होर वैद ना सखैन जेहा, चंगा दिन ईद जैसा, फकर फरीद जैसा, पापी ना जजीद जैसा, साबिर हुसैन जेहा, पैरिस जेहा शहर, लहर अपने वतन जैसी, सौकण जेहा वैर ते उड़ीकना ना भैन जेहा, मिठी शह गर्ज जैसी, बुरी शह तर कर्ज जैसी, मिठी शह गर्ज जैसी, बुरी शह करज जैसी, झलना हरज ते मरज दिक ताप जिहा, घोड़ा ना बराक जैसा, सदमा तलाक जैसा, दुख ना फराक जैसा, जैसा सुख ना मिलाप जैसा, भारा कद फील जैसा, सुखी ना खलील जैसा, ना गलीद भल जैसा, माड़ा कम पाप जिहा, पहलवान गामे जैसा, पाड़दा पजामे जैसा, पहलवान गामे जैसा, पढ़दा पजामे जैसा, बाबू साक मामे जैसा, प्यार भाई बाप जिहा, बाबू साक मामे जैसा, प्यार माई बाप जिहा। बाबू रजब अली साहोकिया वाले लिखते ने, ओह ओटवा तो आ रही है जिहड़ी प्रधानमंत्री ने 2 घंटे पहला कहा कि मार्च तक 60 लाख शॉर्ट्स ने जिहड़े ओह असीं इंपोर्ट कर देने ने, मैं कनेडियन नूं लैके दवांगा। हुण तुसीं देखिओ इह घेरा तंग हुंदा किवें जा रिहा है। लॉन्ग टर्म केयर दे बारे अज NDP दे आगू जगमीत सिंह उन्हां ने कहा कि इह प्राइवेट हत्थां दे विचों सरकार कोल जानी चाहिए, क्योंकि समझो जिथे तुहाडे बजुर्ग सारिआं दे किसी ना किसी ने छड्डे होए ने, लॉन्ग टर्म केयर दे विच बजुर्ग बहुत मर रहे हैं कोविड नाल। ये तो गल समझ लो, ये तो गल सीधी आ कि जे तुसीं सेवा नहीं करनी, किसी दे हत्थ दे देना ते उन्हां दी पेंशन ते होर $500-400 दे के ते हफ्ते बाद शनिचरवार जां ऐतवार नूं 2 घंटे मिले आउणा। ते इस गल लई मापिआं ने सानूं पालिआ नहीं सी। ये गल बहुत ख्याल रखण दी लोड़। इह जी कोई बंदिश नहीं, इह जिहा कुछ नहीं जिहदे करके तुहानूं ये मापे ने जिहड़े लॉन्ग टर्म केयर ਦੇ ਵਿੱਚ ਭੇਜਣੇ ਪੈਣੇ ਨੇ। ਚਲੋ ਰੱਬੋਂ ਹੀ ਕੁਛ ਜਿਹੀ ਗੱਲ ਹੋ ਗਈ ਕਿ ਉਹਨਾਂ ਨੂੰ ਬਿਮਾਰੀ ਇਹੋ ਜਿਹੀ ਹੋ ਗਈ, ਉਹ ਦਿਮਾਗੀ ਇਹੋ ਜਿਹੀ ਮੁਸ਼ਕਲ ਹੋ ਗਈ ਜਿਨ੍ਹਾਂ ਨੂੰ ਘਰੇ ਤੁਸੀਂ ਨਹੀਂ ਰੱਖ ਸਕਦੇ। ਕਈ ਕੰਮ ਕਰਕੇ ਕਿ ਅਸੀਂ ਦੋਨੇ ਜੀ ਕਮਾਉਣੇ ਆ, ਅਸੀਂ ਬਜ਼ੁਰਗ ਨੂੰ ਘਰੇ ਨਹੀਂ ਸਾਂਭ ਸਕਦੇ, ਉਹ ਬਹੁਤ ਇੱਕ ਹਿਰਦੇ ਵੇਦਕ ਹੈ।
ਅਗਲਾ ਟ੍ਰੈਡੀਸ਼ਨ ਜਿਹੜਾ ਇਹ ਗੱਲਾਂ ਹੁੰਦੀਆਂ ਕਿ ਸਾਰੇ ਚਾਹੁੰਦੇ ਆ ਵੀ ਸਾਡੀ ਰਿਟਾਇਰਮੈਂਟ ਵਧੀਆ ਹੋਵੇ। ਇੱਕ ਸਮਾਂ ਇਹੋ ਜਿਹਾ ਆ ਜਾਂਦਾ ਜਦ ਤੁਸੀਂ ਆਪਣੀ ਸਾਂਭ ਨਹੀਂ ਰੱਖਣ ਜੋਗੇ ਹੋ। ਇੱਥੇ ਇਹਨਾਂ ਕੇਅਰ ਹੋਮ ਦੇ ਵਿੱਚ ਰੋਲਣ ਨਾਲੋਂ ਹੁਣ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਸਹੂਲਤਾਂ ਬਹੁਤ ਹੋ ਰਹੀਆਂ ਜਿੱਥੇ NRIs ਲਈ ਖਾਸ ਤੌਰ ਤੇ ਵਧੀਆ ਜਿਹੜੀਆਂ ਸੁਵਿਧਾ ਨੇ। ਦਵਾਈ ਬੂਟੀ ਇੱਥੇ ਵੀ ਜਿਹੜੀ ਮਿਲਦੀ ਆ ਪੰਜਾਬ ਵੀ ਮਿਲ ਜੂ ਤੇ ਉੱਥੇ ਜਗ੍ਹਾ ਵੀ ਬਹੁਤ ਵਧੀਆ ਬਣ ਰਹੀ ਹੈ। ਕੋਈ ਨਾ ਕੋਈ ਅਜਿਹੀ ਜਿਵੇਂ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਸਤੀਸ਼ ਕੌਲ ਪੂਰਾ ਹੋਇਆ ਉਹ ਜਗ੍ਹਾ ਦਰਾਹੇ ਦੇ ਕੋਲ ਆ ਸਾਡੇ ਨਹਿਰ ਦੇ ਕੰਢੇ। ਬਹੁਤ ਲੋਕ ਨੇ ਜਿਹੜੇ 6 ਮਹੀਨੇ ਇੱਥੇ ਰਹਿ ਕੇ ਉੱਥੇ ਹੀ ਜਾ ਕੇ ਰਹਿੰਦੇ ਆ, ਪਿੰਡ ਨਹੀਂ ਰਹਿੰਦੇ ਕਿਉਂਕਿ ਉੱਥੇ ਸਾਰੇ ਇਕੱਠੇ ਰਹਿੰਦੇ ਆ, ਗੱਲਾਂ ਬਾਤਾਂ ਕਰਦੇ ਆ, ਬਾਹਰ ਟੂਰ ਤੇ ਜਾਂਦੇ ਆ ਤੇ ਬਹੁਤ ਜਗ੍ਹਾ ਵਧੀਆ। ਮਤਲਬ ਉਹ ਜਿਹੀਆਂ ਬਹੁਤ ਹੋਣਗੀਆਂ ਹੋਰ। ਮੈਂ ਪਿੰਡਾਂ ਦੀ ਗੱਲ ਜਿਹੜੀ ਦੱਸਣੀ ਚਾਹੁੰਦਾ ਸੀ ਤੁਹਾਨੂੰ ਤੇ ਇਸ ਵਿਸ਼ੇ ਨੂੰ ਛੂਹਦਿਆਂ ਵੀ ਮੈਨੂੰ ਇਹ ਚੰਗਾ ਨਹੀਂ ਲੱਗਦਾ ਜਦ ਇਹ ਪਤਾ ਲੱਗਦਾ ਕਿਸੇ ਨੇ ਮਾਪੇ ਜਿਹੜੇ ਨੇ ਉਹ ਇਹਨਾਂ ਕੇਅਰ ਹੋਮਸ ਦੇ ਵਿੱਚ ਰੱਖੇ ਹੋਏ ਨੇ। ਕਾਰਨ ਕੀ ਹੋ ਸਕਦਾ? ਉਹਦਾ ਕਾਰਨ ਤਾਂ ਇੱਕੋ ਹੀ ਹੈ ਨਾ, ਆਪਣੇ ਮਾਂ-ਬਾਪ ਨੂੰ ਨਲਾਉਣਾ ਧਲਾਉਣਾ ਇਹ ਔਖਾ ਲੱਗਦਾ। ਉਹਦੇ ਲਈ ਤੁਹਾਨੂੰ ਘੰਟਾ 2 ਘੰਟਾ ਜਿਹੜਾ ਸਰਕਾਰ ਵੱਲੋਂ ਰੈਜ਼ੀਡੈਂਟ ਕੇਅਰ ਅਟੈਂਡੈਂਟ ਵਗੈਰਾ ਜਾਂ ਕੋਈ ਹੋਰ ਹੋਮ ਕੇਅਰ ਸਪੋਰਟ ਵਾਲੀਆਂ ਬੀਬੀਆਂ ਕੁੜੀਆਂ ਮੁੰਡੇ ਮਿਲਦੇ ਆ, ਪਰ ਜੇ ਉਹਨੂੰ ਘੰਟੇ 'ਚ ਲਿਆ ਕੇ ਰੋਟੀਆਂ ਲਹਾਉਣੀਆਂ ਨੇ, ਉਹਨੂੰ ਤੜਕੇ ਲਵਾਉਣੇ ਨੇ, ਫੇਰ ਨਹੀਂ ਉਹ 1 ਘੰਟਾ ਤੁਹਾਡੇ ਬਜ਼ੁਰਗਾਂ ਨੂੰ ਹੀ ਸਾਂਭਣ ਆਉਂਦੇ ਆ। ਬੈੱਡ ਵਧੀਆ ਮਿਲ ਜਾਂਦੇ ਨੇ, ਬਟਨਾਂ ਨਾਲ ਉੱਚੇ ਨੀਵੇਂ ਹੁੰਦੇ ਨੇ। ਇਹ ਗੱਲ ਦਾ ਖਾਸ ਖਿਆਲ ਰੱਖਿਓ ਵੀ 80 ਵਰੇ ਆਪਣੇ ਮਾਹੌਲ 'ਚ ਰਹਿ ਕੇ ਜਿਹੜੇ 5-7 ਵਰੇ ਉਹਨਾਂ ਨੇ ਅਜਿਹੇ ਮਾਹੌਲ 'ਚ ਰਹਿਣਾ ਜਿੱਥੇ ਦਾ ਖਾਣਾ ਉਹਨਾਂ ਦੇ ਫਿੱਟ ਨਹੀਂ, ਜਿੱਥੇ ਆਲੇ ਦੁਆਲੇ ਭਾਸ਼ਾ ਦੀ ਮੁਸ਼ਕਿਲ ਆ, ਕੋਈ ਬੋਲ ਨਹੀਂ ਸਕਦਾ, ਕੋਈ ਰਹਿ ਨਹੀਂ ਸਕਦਾ, ਉਹ ਬਹੁਤ ਔਖਾ। ਉਹ ਗੀਦੀਪਣਾ ਹੀ ਆ ਆਪਣਾ। ਇਹ ਤਾਂ ਸੱਚ ਕੋਈ ਕਹਾਣੀ ਦੂਜੀ ਹੈ ਨਹੀਂ। ਚਲੋ ਜੇ ਉਹਨਾਂ ਨੂੰ ਕੋਈ ਅਕਿਊਟ ਕੇਅਰ ਦੀ ਗੱਲ ਆ ਫਿਰ ਮੈਂ ਮੰਨ ਸਕਦਾ ਵੀ ਹਸਪਤਾਲ ਦੀ ਨਿਗਰਾਨੀ 'ਚ ਉਹਨਾਂ ਨੇ ਰਹਿਣਾ। ਜਿਹੜੇ ਵੀ ਅਸੀਂ ਸਾਂਭ ਨਹੀਂ ਸਕਦੇ ਬਜ਼ੁਰਗਾਂ ਨੂੰ, ਜਮਾ ਜਿਹੜਾ ਕਰਾਉਂਦੇ ਨੇ ਉਹ ਜਮਾ ਕਰਾਉਣ ਵਾਲੀ ਗੱਲ। ਉਹਨਾਂ ਕੇਅਰ ਹੋਮ ਦੇ ਵਿੱਚ ਬਜ਼ੁਰਗ ਬਹੁਤ ਮਰ ਰਹੇ ਨੇ ਅੱਜ ਕੱਲ੍ਹ ਕੋਵਿਡ ਨਾਲ। ਜਗਮੀਤ ਸਿੰਘ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਸਰਕਾਰ ਇਹਦੇ ਹੱਥ 'ਚ ਲਵੇ। ਮੈਨੂੰ ਲੱਗਦਾ ਅਸਾਰ ਇਹਦੇ 'ਚ ਚੱਲਦੇ ਚੱਲਦੇ ਇਲੈਕਸ਼ਨ ਆ ਜਿਹੜੀ ਉਹ ਕਾਲ ਹੋ ਸਕਦੀ ਹੈ। ਰੂਡੋ ਚਾਹੁੰਦਾ ਹੈ ਵੀ ਮੇਰੇ ਮੋਢੇ ਤੇ ਨਾ ਹੋਵੇ, ਕੋਈ ਹੋਰ ਸਰਕਾਰ ਸਿੱਟ ਦੇਵੇ। ਦੂਜੀਆਂ ਪਾਰਟੀਆਂ ਨੇ ਲੱਗਦਾ ਨਹੀਂ ਸਰਕਾਰ ਸਿੱਟਣੀ ਆ ਆਪਣੇ ਵੱਲੋਂ। ਕੋਈ ਬੇਭਰੋਸਗੀ ਦਾ ਮਤਾ ਜਿਹੜਾ ਇਹ ਪਵਾਇਆ ਜਾ ਸਕਦਾ ਕਿਸੇ ਸਮੇਂ ਜਦ ਕੋਈ ਫਾਈਨੈਂਸ਼ੀਅਲ ਬਿੱਲ ਇਹੋ ਜਿਹਾ ਹੋਵੇ ਜਿਹ 'ਚ ਪੈਸਾ ਧੇਲਾ ਹੋਵੇ ਉਹ ਨਾ ਪਾਸ ਹੋਵੇ। ਜਿਉਂ-ਜਿਉਂ ਲੇਟ ਹੋਣਾ ਰੂਡੋ ਆਉਣਾ ਦਾ ਜਿੱਤਣ ਦੇ ਚਾਂਸ ਘਟਦੇ ਜਾਣੇ ਨੇ ਇਹਦੇ ਕਰਕੇ, ਕਿਉਂਕਿ ਬੜਾ ਕੁਛ ਨਿਕਲਣਾ। ਹਾਲੇ ਤਾਂ ਕੋਵਿਡ ਦਾ 2-2 ਹਜ਼ਾਰ ਆ ਗਿਆ, 4-4 ਹਜ਼ਾਰ ਆ ਗਿਆ। ਇਹ ਹਾਲੇ ਤਾਂ ਫਿਰ ਰਿਹਾ। 20 ਚੈਰਿਟੀ ਵਾਲੇ ਨੇ ਦਾ ਜਿਹੜਾ ਕੇਸ ਹੈ SNC ਲੈਵਲ ਦਾ ਕੇਸ ਹੈ। ਖੈਰ ਆਮ ਲੋਕਾਂ ਨੇ ਉਸ ਕੇਸ ਤੋਂ ਬਾਅਦ ਯੂਡੀ ਵਿਲਸਨ ਤਾਂ ਜਿੱਤ ਗਈ ਰੇਬੋਲ ਤੇ, ਪਰ ਉਹ ਬਹੁਤ ਵੱਡਾ ਇੱਕ ਇਸ਼ੂ ਸੀ ਨੈਸ਼ਨਲ ਲੈਵਲ ਦਾ ਜਿਹਦੇ ਤੇ ਖਿਆਲ ਨਹੀਂ ਕੀਤਾ ਜਾਂਦਾ। ਹੁਣ ਇੱਕ ਹੋਰ ਇਸ਼ੂ ਚੱਲਿਆ ਹੋਇਆ ਜਿਹੜਾ ਹੈ ਕਿ ਕੰਸਰਵੇਟਰ ਦੇ ਹੁੰਦੇ ਆ ਹਾਰਪਰ ਸਰਕਾਰ ਦੇ ਸਮੇਂ ਅਕਸ਼ੇ ਕੁਮਾਰ ਨੂੰ ਆਨਰੇਰੀ ਜਿਹੜੀ ਸਿਟੀਜ਼ਨਸ਼ਿਪ ਦਿੱਤੀ ਗਈ। ਉਹ ਸਿਟੀਜ਼ਨਸ਼ਿਪ ਦੀ ਗੱਲ ਬਹੁਤ ਭਾਈਚਾਰੇ 'ਚ ਉੱਠ ਰਹੀ ਹੈ। ਵਲੰਟੀਅਰ ਕਰ ਰਹੇ ਨੇ। ਮੈਂ ਰਾਜਨੀਤਿਕ ਕਿਸੇ ਬੰਦੇ ਦੀ ਨਹੀਂ ਗੱਲ ਕਰਦਾ। ਰਾਜਨੀਤਿਕ ਬੰਦਾ ਉਹ ਬੋਲੇ ਜਿਹਨੇ ਆਪ ਕਿਸੇ ਮੋਰਚੇ 'ਚ ਕੁਛ ਕੀਤਾ ਹੋਵੇ, ਫਿਰ ਉਹ ਉਂਗਲ ਕਰ ਲਵੇ ਅਕਸ਼ੇ ਕੁਮਾਰ ਵੱਲ। ਜਦ ਆਪ ਨਹੀਂ ਕਰਨਾ ਕੁਛ ਅਕਸ਼ੇ ਕੁਮਾਰ ਦੇ ਬਾਰੇ ਉਂਗਲ ਕਰਕੇ ਨਹੀਂ ਕੋਈ ਫਾਇਦਾ। ਪਹਿਲਾਂ ਆਪ ਦਿਖਾਓ ਕਰਕੇ। ਹੁਣ ਤਾਂ ਯੂਨਾਈਟਿਡ ਨੇਸ਼ਨ ਤੱਕ ਹਜ਼ਾਰਾਂ ਚਿੱਠੀਆਂ ਚੱਲ ਗਈਆਂ, ਹਲੇ ਵੀ ਨਹੀਂ ਬੋਲਣਾ। ਹੁਣ ਬੋਲਣਾ ਹੈ ਵੀ ਨਹੀਂ ਇਹਨਾਂ ਨੇ। ਇਹਨਾਂ ਨੂੰ ਪਤਾ ਜਿਹੜਾ ਕੁਛ ਹੋ ਗਿਆ ਹੋ ਗਿਆ, ਹੁਣ ਨਹੀਂ ਬੋਲਦੇ। ਤੇ ਇਸੇ ਪਾਰਲੀਮੈਂਟ ਦੇ ਵਿੱਚ ਬੈਠੇ ਹੋਏ ਜਿਨ੍ਹਾਂ ਨੂੰ ਅਸੀਂ ਗੋਰੇ ਕਹਿੰਦੇ ਆ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਆ ਬਈ ਇਹ ਹੈ ਨਹੀਂ ਸਾਡੇ ਚੋਂ ਨਹੀਂ, ਬ੍ਰੈਡ ਵਿਸ ਵਰਗੇ MP, ਉਹਨਾਂ ਨੇ ਦੱਸਤਾ ਕਿ ਡੱਚ ਜੱਟ ਕੀ ਹੁੰਦੇ ਨੇ। ਫਲਾਈਟ ਦੇ ਵੇਲੇ ਐਡਫਾਸਟ ਨੇ ਜਿਹੜਾ ਕੰਮ ਕੀਤਾ ਉਹਨੇ ਵੀ ਦੱਸਤਾ ਕਿ ਮੈਂ ਲੋਕਾਂ ਲਈ ਕਿਵੇਂ ਖੜਦਾ। ਸੋ ਇਹ ਹੁਣ ਇਹ ਇੱਕ ਇਸ਼ੂ ਕਿ ਅਕਸ਼ੇ ਕੁਮਾਰ ਨੂੰ ਸਿਟੀਜ਼ਨਸ਼ਿਪ ਜਿਹੜੀ ਦਿੱਤੀ ਆ ਵਾਪਸ ਲਾਹੋ। ਦਿੱਤੀ ਤਾਂ ਕੰਸਰਵੇਟਿਵ ਨੇ ਆ। ਇਹਦੇ ਤੇ ਵੀ ਹੀਟ ਜੇ ਹੋਵੇ, ਕਮੇਟੀ ਕੰਮ ਕਰੇ, ਲਿਬਰਲਸ ਨੂੰ ਇਸ ਸਿਟੀਜ਼ਨਸ਼ਿਪ ਨੂੰ ਵਾਪਸ ਲੈਣਾ ਕੋਈ ਔਖਾ ਨਹੀਂ ਕਿਉਂਕਿ ਆਪੋਜੀਸ਼ਨ ਨੇ ਦਿੱਤੀ ਹੈ। ਉਹਨੇ ਵੀ
ਵੋਟਾਂ ਦੇ ਚੱਕਰ ਦੇ ਵਿੱਚ ਜਿਵੇਂ ਟੋਇਫਾ ਇੱਥੇ ਆਪਣੇ ਲੱਗ ਗਏ ਸੀ, ਉੱਥੋਂ ਲੱਕ ਹਿਲਾਉਣ ਵਾਲੇ ਲਿਆ ਕੇ ਮਿਲੀਅਨਸ ਆਫ ਡਾਲਰ BC ਸਰਕਾਰ ਨੇ ਕ੍ਰਿਸਟੀ ਕਲਾਰਕ ਦੇ ਵੇਲੇ ਦਿੱਤੇ ਸੀ, ਆਓ ਜੀ ਤੇ ਜਾਓ ਜੀ ਤੇ ਨੱਚੋ ਜੀ। ਤੇ ਗੱਲ ਨਾ ਕਹਾਣੀ BC ਦੇ ਲੋਕਾਂ ਦੇ ਜਿਹੜਾ ਟੈਕਸਪੇਅਰ ਦੀ ਮਨੀ ਤੇ VVIP ਕਲਚਰ, ਇਹ ਜਿਹੜਾ ਇਸ਼ੂ ਹੈ ਅਕਸ਼ੇ ਕੁਮਾਰ ਵਾਲਾ, ਉਹ ਭਾਈਚਾਰੇ 'ਚ ਬੜਾ ਗਰਮ ਹੋ ਰਿਹਾ। ਉਸ ਤੋਂ ਉਹਦੀ ਡਿਗਰੀ ਜਿਹੜੀ ਉਹਨੂੰ ਸੌਰੀ ਸਿਟੀਜ਼ਨ ਦਿੱਤੀ ਹੈ ਵਾਪਸ ਲਾਓ। ਉੱਥੇ ਦਾ ਜਿਹੜਾ ਮਾਹੌਲ ਹੈ ਮੋਰਚੇ ਦਾ, ਉਹ ਹੁਣ ਬਿਲਕੁਲ ਸੈਂਟਰਲਾਈਜ਼ ਟਕੈਤ ਤੇ ਹੋ ਗਿਆ। ਟਕੈਤ ਪੂਰੀਆਂ ਰਾਜਨੀਤਿਕ ਪੈਂਤੜੇ ਤੋਂ ਇਸ ਨੂੰ ਚਲਾ ਰਿਹਾ, ਪਰ ਟਕੈਤ ਦੇ ਹੱਥ ਵੀ ਨਹੀਂ ਹੈ। ਜੇ ਕੱਲ ਨੂੰ ਟਕੈਤ ਕੋਈ ਪੈਸਾ ਧੇਲਾ ਨਾ ਕੋਈ ਰਾਜਨੀਤੀ ਕਰਕੇ ਆਪਣੇ ਵੱਲੋਂ ਬੈਕ ਸਾਈਡ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਆਪ ਪੰਚਾਇਤਾਂ ਦੇ ਵਿੱਚ ਰਹਿਣਾ ਬਹੁਤ ਔਖਾ ਜਾਟਾਂ ਦੇ ਵਿੱਚ। ਜਾਟਾਂ ਨੇ ਆਪ ਪੰਚਾਇਤਾਂ ਰਾਹੀਂ ਬਹੁਤ ਤੇਜ਼ ਕੀਤਾ ਹੈ ਕੰਮ। ਤਿੰਨੇ ਚਾਰੇ ਸੂਬੇ ਮੇਨ ਭਾਰਤ ਦੇ ਜਿਹੜੇ ਸੂਬੇ ਨੇ, ਨਾਰਦਰਨ ਪਾਰਟ ਆ ਲੈ ਕੇ ਕਸ਼ਮੀਰ ਤੋਂ ਹਰਿਆਣਾ ਤੇ ਯੂਪੀ ਤੱਕ, ਇਹੀ ਮੇਨ ਇੱਥੋਂ ਹੀ ਸਾਰਾ ਕੁਝ ਚੱਲਦਾ ਨਾ। ਇਹਨੂੰ ਹੀ ਸਾਂਭਣ ਦੇ ਲਈ ਭਾਜਪਾ ਦਾ ਜ਼ੋਰ ਲੱਗਿਆ ਹੈ। ਰਾਮ ਮੰਦਿਰ ਵੀ ਉਹਨਾਂ ਨੇ ਇਹਦੇ 'ਚ ਬਣਾਇਆ ਤੇ ਹੁਣ ਪਾਰਲੀਮੈਂਟ ਦੀ ਬਿਲਡਿੰਗ ਵੀ ਜਿਹੜਾ ਹਿੰਦੂਤਵਾ ਦੇ ਹਿਸਾਬ ਦੇ ਨਾਲ ਉਹ ਬਣਾਉਣ ਦਾ ਯਤਨ ਕਰ ਰਹੇ ਨੇ। ਪਰ ਜਿਹੜਾ ਲੋਕਾਂ ਦਾ ਇਸ ਮੋਰਚੇ ਦੇ ਵਿੱਚੋਂ ਜਾਂ ਦੁਨੀਆ ਦਾ 26 ਜਨਵਰੀ ਦੇ ਝੰਡਾ ਲਹਿਰਾਉਣ ਤੋਂ ਬਾਅਦ ਜਿਹੜਾ ਦੁਨੀਆ ਦੇ ਲੋਕਾਂ ਦਾ ਧਿਆਨ ਜਿਨ੍ਹਾਂ ਨੇ ਖਿੱਚਿਆ, ਉਹ ਇੱਕ ਬਹੁਤ ਵੱਡੀ ਘਟਨਾ ਹੋ ਨਿਬੜੀ। ਰਿਆਨਾ ਦੇ ਜਿਹੜਾ ਵਿਰੋਧ ਦੇ ਵਿੱਚ ਤੇ ਇਹ ਲਾਮਬੰਦੀ ਹੋ ਗਈ। ਅੱਧੇ ਜਿਹੜੇ ਨੇ ਬਾਲੀਵੁੱਡ ਵਾਲੇ ਹੱਕ 'ਚ ਸਰਕਾਰ ਦੇ ਖੜ ਗਏ ਅੱਗੇ ਅਗੇਂਸਟ। ਇਸ ਤਰ੍ਹਾਂ ਹੀ ਜਿਹੜੇ ਗਾਇਕ ਆਪਣੇ ਜਿਨ੍ਹਾਂ ਨੇ ਕਰੋੜਾਂ ਰੁਪਈਆ ਕਮਾਇਆ ਹੋਇਆ ਜਾਇਦਾਦਾਂ ਨੇ ਉੱਥੇ ਤੇ ਦੁਨੀਆ ਦੇ ਬਾਹਰਲੇ ਹਿੱਸੇ 'ਚ, ਉਹ ਪਤਾ ਕਿਉਂ ਨਹੀਂ ਬੋਲਦੇ? ਉਹ ਤਾਂ ਨਹੀਂ ਬੋਲਦੇ ਵੀ ਸਾਡੇ ਵੱਲ ਇਨਕਮ ਟੈਕਸ ਵਾਲੇ ਪਾਸੇ ਨੂੰ ਹੋ ਗਏ ਬਈ ਆ ਜਿਹੜੀਆਂ ਮਾਲਾਂ ਤੇ ਕੋਠੀਆਂ ਤੇ ਸ਼ਹਿਰਾਂ ਦੇ ਵਿੱਚ ਤੇ ਫਲੈਟ ਜੇ ਇਹ ਨਿਕਲਣ ਲੱਗੇ ਤਾਂ ਉਹ ਕਹਿਣਗੇ ਲਿਆਓ ਜੀ ਦਿਖਾਓ ਕਿੱਥੇ ਇਨਕਮ ਟੈਕਸ, ਜਿਹੜਾ 100 50 ਕਰੋੜ ਦਾ ਸੌਦਾ ਲਈ ਬੈਠੇ ਹੋ, ਇਹਦਾ ਹਿਸਾਬ ਕਿਤਾਬ ਕੋਈ। ਇਸ ਗੱਲੋਂ ਡਰਦੇ ED ਤੋਂ ਜਿਹੜੇ ਚੁੱਪ ਕਰੇ ਬੈਠੇ ਉਹਨਾਂ ਦਾ ਕਾਰਨ ਇਹ ਹੈ। ਜਿਹਨੇ ਜਾ ਕੇ ਪਿੰਡ ਵਾਲੇ ਘਰ ਦੇ ਵਿੱਚ ਮੰਜਾ ਡਾਉਣਾ ਤੇ ਲੱਖ 1.5 ਲੱਖ ਲੈ ਕੇ ਤੇ ਆਪਣੇ 4 ਮਹੀਨੇ ਪੰਜਾਬ ਦੀ ਧੁੱਪ ਸੇਕਣੀ ਆ ਖਾੜੇ ਦੀ, ਉਹਨਾਂ ਨੂੰ ਡਰ ਨਹੀਂ ਹੈ ਕੋਈ। ਉਹਨਾਂ ਕੋਲ ਜੱਦੀ ਜਾਇਦਾਦਾਂ 'ਚ ਉਹਨਾਂ 'ਚ ਹੀ ਰਹਿੰਦੇ। ਜਿਹੜੇ ਸ਼ਹਿਰਾਂ ਦੇ ਵਿੱਚ ਵੜ ਗਏ, ਵੱਡੀਆਂ ਕੋਠੀਆਂ ਤੇ ਜਾਇਦਾਦਾਂ ਉੱਥੇ ਬਣਾ ਲਈਆਂ, ਉਹਨਾਂ ਦੇ ਮਨ ਦੇ ਵਿੱਚ ਭੈ ਆ ਵੀ ਸਾਨੂੰ ਰਗੜਨਗੇ ਜ਼ਰੂਰ। ਹੁਣ ਤੁਹਾਡੇ ਸਾਹਮਣੇ ਦਲਜੀਤ ਵਾਲਾ ਕੇਸ ਆ। ਦਲਜੀਤ ਦੇ ਪੈਸਿਆਂ ਦਾ, ਦਲਜੀਤ ਦੀ ਕਮਾਈ ਦਾ ਪਤਾ ਹੀ ਹੈ ਲੋਕਾਂ ਨੂੰ, ਸਰਕਾਰ ਨੂੰ ਵੀ ਪਤਾ ਹੀ ਹੈ। ਅੱਧਾ ਲੋਕ ਗਾਇਕ ਤੇ ਲੋਕ ਕਵੀ ਤੇ ਲੋਕਾਂ ਦੇ ਵਿੱਚ ਤੁਸੀਂ ਵਿਚਰਨਾ ਪਤਾ ਹੀ ਫੇਰ ਲੱਗਦਾ। ਵਿਆਹ ਦੇ ਵਿੱਚ ਲਲਕਰੇ ਮਾਰਨੇ ਤਾਂ ਬੜੇ ਸੌਖੇ ਆ, ਸਾਰਿਆਂ ਨੇ ਦਾਰੂ ਪੀਤੀ ਹੁੰਦੀ, ਆ ਜਾਓ 2 ਘੰਟੇ ਰੌਲਾ ਪਾ ਲਓ ਤੇ ਬਸ ਹੁਰ ਕਰਕੇ ਘਰ ਨੂੰ ਤੁਰ ਜਾਓ। ਹੁਣ ਇਹਦੇ ਵਿੱਚ ਜਿਹੜਾ ਇਸ ਪੈਂਤੜੇ ਨੇ ਬਹੁਤ, ਮੋਰਚੇ ਨੇ ਬਹੁਤ ਕੁਝ ਨਿਖਾਰਿਆ। ਇੱਕ ਚੀਜ਼ ਨਹੀਂ, ਕੌਮ ਨੂੰ ਆਪਣੇ ਤੌਰ ਤੇ ਪਤਾ ਲੱਗਿਆ ਅਸੀਂ ਕੀ ਆ। ਚਲੋ ਇਹ ਇੱਕ ਅਲੱਗ ਵਿਸ਼ਾ ਵੀ ਇਸ ਨੂੰ ਕਿਹੜੇ ਪਾਸਿਓਂ ਰੱਖਣਾ ਅਸੀਂ, ਵੀ ਇਸ ਨੂੰ ਧਰਮ ਦੇ ਨਾਲ ਜੋੜਨਾ ਜਾਂ ਧਰਮ ਤੋਂ ਬਿਨਾਂ। ਪੰਜਾਬ ਦੇ ਤੌਰ ਤੇ ਵੀ ਬਹੁਤ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਅਸੀਂ ਕਿੱਥੇ ਆ, ਔਰ ਇਹ ਗੱਲ ਵੀ ਸਿੱਧ ਹੋ ਗਈ। ਜਿਹੜੇ 78 ਤੋਂ 94 ਦੇ ਸਿੱਖ ਸੰਘਰਸ਼ ਦੇ ਸਮੇਂ ਸਰਕਾਰ ਵਾਲੇ ਪਾਸੇ ਬੈਠ ਕੇ ਬੋਲਦੇ ਰਹੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਸਰਕਾਰਾਂ ਕੀ ਨੇ। ਸਰਕਾਰਾਂ ਦੇ ਹੱਕ 'ਚ ਉਸ ਸਮੇਂ ਜਿਹੜੇ ਲੋਕ ਖੜੇ ਸੀ, ਉਹਨਾਂ ਨੂੰ ਇਸ ਮੋਰਚੇ ਵੇਲੇ ਪਤਾ ਲੱਗ ਗਿਆ ਕਿ ਸਰਕਾਰਾਂ ਕਿਵੇਂ ਸੋਚਦੀਆਂ ਨੇ। ਵਪਾਰਕ ਸੰਦੇਸ਼ ਮੁੜ ਕੇ ਆਉਣਾ 1844 247 1550। ਕੋਈ ਗੱਲਬਾਤ ਕਰਨੀ ਹੋਵੇ ਤੇ ਹੋਰ ਖਬਰਾਂ ਤੁਹਾਨੂੰ ਸੁਣਾਉਣਾ। ਸਰਦਾਰ ਅਵਤਾਰ ਸਿੰਘ ਜੀ, ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਅੱਜ ਹੁਣ ਤੁਹਾਡੇ ਕੋਲ ਸਮਾਂ ਹੈ ਜੀ, ਖਾਪ ਪੰਚਾਇਤਾਂ ਬਾਰੇ ਵੀ ਸਮਝਾਇਓ ਜੀ। ਤੁਸੀਂ ਉਸ ਦਿਨ ਕਹਿੰਦੇ ਸੀ ਮੈਂ 5-7 ਮਿੰਟ ਸਮਝਾਉਂਗਾ। ਹਾਂਜੀ, ਚਲੋ ਪਹਿਲਾਂ ਆਪਾਂ ਗੱਲ ਕਰੀਏ। ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ, ਤੁਸੀਂ ਫਾਰਮਰਸ ਦੇ ਨਾਲ ਖੜੇ ਆ। ਤੁਹਾਡੇ ਵਰਗੇ ਬਹੁਤ ਥੋੜੇ ਬੰਦੇ ਆ ਜਿਹੜੇ ਖੜੇ ਆ, ਨੇ ਤਾਂ ਆਮ ਬੰਦੇ ਹੌਲੀ ਹੌਲੀ ਸਾਈਡ ਕਿੱਕ ਮਾਰ ਜਾਂਦੇ ਆ। ਤੁਸੀਂ ਫਾਰਮਰਸ ਦੇ ਨਾਲ ਖੜੇ ਆ, ਤੁਸੀਂ ਸਾਡੇ ਨਾਲ ਖੜੇ ਆ, ਇਸ ਲਈ ਤੁਹਾਡਾ ਧੰਨਵਾਦ ਕਰਨਾ ਬਣਦਾ ਜੀ। ਗਿੱਲ ਸਾਹਿਬ, ਬਾਕੀ ਜਿੱਥੋਂ ਤੱਕ ਹੈਗੀ ਅੱਜ ਜਿਹੜੀਆਂ ਅੱਜ ਦੀ ਡਿਵੈਲਪਮੈਂਟ ਆ, ਉਹ ਇਹ ਆ ਵੀ ਜਿਹੜੀ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕੌਂਸਲ ਤੋਂ ਜਿਹੜੀ ਕੀਤੀ ਗਈ ਆ, ਉਹਦੇ ਨਾਲ ਮਤਲਬ ਮੋਦੀ ਨੂੰ ਜੇ ਤੁਸੀਂ ਮਨੋਵਿਗਿਆਨਕ ਤੌਰ ਤੇ ਮਾਰਨਾ
ਤਾਂ ਮੋਦੀ ਦੀ ਇੱਕੋ ਇੱਕ ਮਨੋਵਿਗਿਆਨਕ ਤੌਰ ਤੇ ਵੀਕਨੈਸ ਹੈ, ਉਹ ਹੈ ਕਿ ਮੈਂ ਇੰਟਰਨੈਸ਼ਨਲ ਲੈਵਲ ਤੇ ਮੇਰੀ ਬੇਇੱਜ਼ਤੀ ਨਾ ਹੋਵੇ। ਉਹਦੀ ਆਪਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਬੇਇੱਜ਼ਤੀ ਕਰਨੀ ਚਾਹੀਦੀ ਆ। ਤੁਹਾਨੂੰ ਚਲੋ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਹਿਊਮਨ ਰਾਈਟਸ ਦੀ ਕੌਂਸਲ ਤੋਂ ਜਿਹੜਾ ਇਹ ਸਟੇਟਮੈਂਟ ਲੈਣੀ ਕਿੰਨੀ ਔਖੀ ਸੀ, ਕਿੰਨੇ ਬੰਦੇ ਫੋਨਾਂ ਤੇ ਜਨੇਵਾ ਨਾਲ ਲੱਗੇ ਰਹੇ ਇੰਨੇ ਦਿਨਾਂ ਦੇ, ਤਾਂ ਜਾ ਕੇ ਉਹਨੇ ਦਿੱਤੇ। ਨਾਰਮਲੀ ਉਹ ਇਦਾਂ ਦੀ ਸਟੇਟਮੈਂਟ ਬਹੁਤ ਘੱਟ ਦਿੰਦੇ, ਸਪੈਸ਼ਲੀ ਇਹੋ ਕੰਟਰੀ ਜਿਹੜੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਸਾਲ ਲਈ ਨਾ ਬਹੁਤ ਇੱਥੇ ਜ਼ੋਰ ਲੱਗਾ। ਤੁਹਾਡਾ ਵੀ ਬਿਹਾਈਂਡ ਦਾ ਸੀਨ ਤੁਸੀਂ ਕੰਮ ਕਰਦੇ ਆ, ਪਰ ਜਿੱਥੋਂ ਦਾ ਜਿਹੜੀ ਅੱਜ ਦੀ ਹੋਰ ਡਿਵੈਲਪਮੈਂਟ ਸੀ ਉਹ ਜਿਹੜਾ ਟਕੈਤ ਸਾਹਿਬ ਵਾਲੀ ਪੇ ਉਹਨੀ ਜਿਹੜਾ ਉਹ ਸਿੰਗਲ ਹੈਂਡਡਲੀ ਨਹੀਂ ਕੈਂਸਲ ਕੀਤਾ ਗਿਆ। ਉਹਦੇ ਵਿੱਚ ਉਹ ਤਾਂ ਕੈਂਸਲ ਹੋਇਆ ਇਹਨਾਂ ਕੋਲੇ ਇੰਟਰਨਲ ਜਾਂ ਇਹਨਾਂ ਕੋਲ ਹੈਗੀ ਆ ਵੀ ਜੇ ਯੂਪੀ ਤਾਂ ਉੱਤਰਾਖੰਡ ਦੀ ਗਵਰਨਮੈਂਟ ਇਸ ਵੇਲੇ ਵਾਇਲੈਂਸ ਕਰਾਉਣ ਦੀ ਕੋਸ਼ਿਸ਼ ਕਰਦੀ ਤਾਂ ਕਿ ਇਹਨੂੰ ਇੱਕ ਹੋਰ ਵਾਰੀ ਠਿੱਬੀ ਲਾਈ ਜਾ ਸਕੇ। ਲੱਗਦਾ ਪਰ ਉਹ ਵਾਇਲੈਂਸ ਕਲੋਜ਼ ਹੋ ਜਾਣ ਤੇ ਮੁੜ ਕੇ ਸਪੇਅਰ ਬੰਦ ਤੇ ਆ ਜਾਣਾ ਸੀ। ਇਸ ਕਰਕੇ ਮੇਰੀ ਸ਼ਾਮੀ ਮਤਲਬ ਜਦੋਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਉਸ ਤੋਂ ਬਾਅਦ ਮੇਰੀ ਤੁਹਾਡਾ ਮੰਡੇ ਨੂੰ ਮੈਂ ਤੁਹਾਡੇ ਨਾਲ ਤੁਹਾਨੂੰ ਮੰਡੇ ਜਿਹੜਾ 9 ਵਜੇ ਦਾ ਪ੍ਰੋਗਰਾਮ ਹੁੰਦਾ ਉੱਥੇ ਤੁਹਾਡਾ ਉਹਨਾਂ ਤੁਹਾਡੇ ਤੁਸੀਂ ਉਹਨਾਂ ਨਾਲ ਜਿਹੜੇ 10-15 ਮਿੰਟ ਵਿੱਚ ਗੱਲ ਕਰ ਲਿਓ। ਬਾਕੀ ਜਿੱਥੋਂ ਦਾ ਹੀ ਹਾਂਜੀ ਹੈਗੀ ਆ ਜਿਹੜੀ ਆ ਉਹ ਡਾਕਟਰ ਸਾਹਿਬ ਤੁਹਾਡਾ ਫੋਨ ਕੱਟ ਹੁੰਦਾ ਜੀ, ਨਾ ਤਾਂ ਮੈਨੂੰ ਸੋਮਵਾਰ ਵਾਲਾ ਸੁਣਿਆ, ਕਿਹਦੇ ਨਾਲ ਗੱਲ ਕਰਾਉਣੀ ਹੈ ਜੀ? ਮੈਂ ਸੁਣਿਆ ਨਹੀਂ ਜੀ। ਜਿੱਦਾਂ ਡਾਕਟਰ ਸਾਹਿਬ ਕਲੀਅਰ ਨਹੀਂ ਆਵਾਜ਼ ਜੀ, ਕੱਟੀ ਗਈ। ਫੇਰ ਕਰਿਓ ਜੀ ਦੁਬਾਰਾ ਆਪਣੀ। ਸਰ ਜਗਦੀਪ ਸਿੰਘ ਲਾਈਨ ਨੰਬਰ 4। ਹੈਲੋ ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਜੀਤ ਸਿੰਘ ਸੀਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਹਾਂਜੀ ਹਾਂਜੀ ਮੌਕਾ ਦੇ ਰਹੇ ਹੋ, ਬਹੁਤ ਬਹੁਤ ਧੰਨਵਾਦ। ਤੇ ਕਾਫੀ ਦੋ ਬੰਨੇ ਚਲੋ ਵੀ ਡਿਊਟੀ ਲਾ ਰਹੇ ਹੋ ਤੇ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਹੈ ਕਿ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਮਹਾਰਾਜ, ਸਿਹਤ ਹਮੇਸ਼ਾ ਚੜ੍ਹਦੀ ਕਲਾ। ਧੰਨਵਾਦ ਭਾਈ ਜੀ। ਬਿਲਕੁਲ ਹਾਂਜੀ, ਮੋਰਚੇ ਦੀ ਗੱਲ ਜਿਹੜੇ ਮਰਜ਼ੀ ਐਂਗਲ ਤੋਂ ਕਰ ਲਓ, ਮੋਰਚਾ ਇੱਕ ਵਾਰੀ ਹਿੱਲ ਕੇ ਦੁਬਾਰੇ ਫਿਰ ਪਰਵਤਗਾਰ ਨੇ ਕਿਰਪਾ ਕੀਤੀ ਹੈ, ਚੜ੍ਹਦੀ ਕਲਾ ਦੇ ਵਿੱਚ ਹੋਇਆ ਹੈਗਾ ਜੀ। ਤੇ ਦੂਸਰਾ ਬਹੁਤ ਸਾਰੇ ਆਪਣੇ ਭਰਾ ਬਜ਼ੁਰਗ ਤੇ ਬੱਚੇ ਸ਼ਹੀਦ ਵੀ ਹੋਏ ਆ ਉੱਥੇ, ਤੇ ਉਹ ਵੀ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਹੋਈ ਆ। ਬਾਕੀ ਥੋੜੇ ਸਮੇਂ ਥੋੜੀ ਗੱਲ ਦਲਜੀਤ ਦੀ ਗੱਲ ਤੁਸੀਂ ਕੀਤੀ ਆ, 2-3 ਦਿਨਾਂ ਤੋਂ ਟਵਿੱਟਰ ਜੰਗ ਫੇਰ ਸ਼ੁਰੂ ਹੋਈ ਹੈ ਹਰਿਆਣਾ ਦੇ ਬਿਆਨ ਤੋਂ ਬਾਅਦ। ਚਲੋ ਵੀ ਜਿੰਨੇ ਵੀ ਬਾਲੀਵੁੱਡ ਦੇ ਮੋਦੀ ਭਗਤ ਆ ਉਹਨਾਂ ਨੂੰ ਮਿਰਚਾਂ ਲੱਗੀਆਂ, ਕਾਫੀ ਕੁਛ ਹਿਲਜੁਲ ਹੋਈ ਜਾਂਦੀ ਆ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੋਰਚਾ ਵੱਡਾ ਹੋ ਰਿਹਾ। ਵਾਹਿਗੁਰੂ ਕਿਰਪਾ ਕਰੇ ਇਤਨੀ ਚੜ੍ਹਦੀ ਕਲਾ ਚ ਰਵੇ ਜੀ। ਤੇ ਇੰਨੇ ਵਿਚਾਰ ਸੀਗੇ ਤੇ ਡਟੇ ਰਹੋ। ਵਾਹਿਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਸਾਹਿਬ ਸਿੰਘ ਜੰਡੀ। ਡਾਕਟਰ ਸਾਹਿਬ ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ ਹੁਣ ਆਵਾਜ਼ ਸੁਣ ਰਹੀ? ਹਾਂਜੀ ਹੁਣ ਠੀਕ ਆ ਜੀ। ਹਾਂਜੀ ਹੁਣ ਠੀਕ। ਗਿੱਲ ਸਾਹਿਬ ਮੈਂ ਗੱਲ ਕਰਦਾ ਰਕੇਸ਼ ਟਕੈਤ ਸਾਹਿਬ ਨਾਲ। ਮੈਂ ਤੁਹਾਡੀ ਮੰਡੇ ਨੂੰ ਜਿਹੜਾ ਤੁਹਾਡਾ ਸਵੇਰੇ ਪ੍ਰੋਗਰਾਮ ਆਉਂਦਾ ਉਹਦੇ ਹਿਸਾਬ ਨਾਲ ਉਹਨਾਂ ਨਾਲ ਮੈਂ ਕਰ ਰਿਹਾ। ਉਹ ਕਹਿੰਦੇ ਕੋਈ ਨੀ ਮੈਂ ਕਰ ਦਊਂਗਾ। ਧੰਨਵਾਦ। ਤਾਂ ਤੁਹਾਡਾ ਮੰਡੇ ਨੂੰ ਉਹਨਾਂ ਨਾਲ ਕਰਾਉਂਗਾ ਮੈਂ। ਹੈਲੋ ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ। ਜਿੱਦਣ ਲਾਸਟ ਟਾਈਮ ਮੀਂਹ ਪਿਆ ਉਦਣ ਉੱਥੇ ਤਰਪਾਲਾਂ ਦੀ ਲੋੜ ਸੀ ਤਾਂ ਮੈਂ ਇੱਥੋਂ ਪੈਸੇ ਭੇਜ ਕੇ ਕਿਸੇ ਬੰਦੇ ਕੋਲ ਤਾਂ ਤਰਪਾਲਾਂ ਜਗਾਈਆਂ। ਉਹ ਬੰਦਾ ਜਦੋਂ ਨਾ ਤਰਪਾਲਾਂ ਦੇਣ ਗਿਆ ਫਿਰ ਉਹ ਕਹਿੰਦੇ ਮੈਂ ਮੇਰੇ ਨਾਲ ਗੱਲ ਕਰਾ। ਫਿਰ ਉਦਣ ਉਹਨੇ ਮੇਰੇ ਨਾਲ ਗੱਲ ਕੀਤੀ ਸੀ ਤਾਂ ਉਦਣ ਤੋਂ ਬਾਅਦ ਕਈ ਵਾਰੀ ਗੱਲ ਕਰ ਚੁੱਕਿਆ। ਬਾਕੀ ਜਿੱਥੋਂ ਦਾ ਖਾਪ ਪੰਚਾਇਤਾਂ ਦਾ ਉੱਥੇ 2 ਤਰ੍ਹਾਂ ਦੀਆਂ ਖਾਪ ਪੰਚਾਇਤਾਂ। ਇੱਕ ਹੈਗੀ ਕਾਸਟ ਬੇਸ ਤੇ, ਜਿੱਦਾਂ ਹਰਿਆਣੇ ਚ ਉਹ 36 ਬਰਾਦਰੀਆਂ ਆ ਤਾਂ ਯੂਪੀ ਦੇ ਵਿੱਚ ਉਹ 37 ਬਰਾਦਰੀਆਂ। ਤਾਂ ਉਹ ਸਿੰਪਲੀ ਉਹ ਜਿੱਦਾਂ ਆਪਣੇ ਡਿਫਰੈਂਟ ਪਿੰਡਾਂ ਦੇ ਵਿੱਚ ਜਿੱਦਾਂ ਕਿਸੇ ਪਿੰਡ ਦੀਆਂ 83 ਕਿਸੇ ਪਿੰਡ ਦੀਆਂ 152 ਤਾਈਂ ਵੀ ਹੈਗੀਆਂ ਕਾਸਟ ਬੇਸ ਜਿਹੜੀਆਂ ਖਾਪਾਂ। ਉਹ ਆਪਣੇ ਕਾਸਟ ਬੇਸ ਡਿਸੀਜ਼ਨ ਲੈਂਦੇ ਪਰ ਉਹਨਾਂ ਦੀ ਆਪਸ ਵਿੱਚ ਜਿਹੜੀ ਇੱਕ ਹਾਰਮੋਨੀ ਰਹਿੰਦੀ ਆ ਬਿਟਵੀਨ ਕਾਸਟ। ਉਹ ਯੂਜੂਅਲੀ ਜਦੋਂ ਗਵਰਨਮੈਂਟ ਨੇ ਕਾਸਟ ਇਹਨਾਂ ਦੇ ਖਾਪ ਪੰਚਾਇਤਾਂ ਤੇ ਐਂਟਰ ਕਰਕੇ ਥੋੜਾ ਬੜਾ ਗੰਦ ਪਾਉਣ ਦੀ ਕੋਸ਼ਿਸ਼ ਕੀਤੀ, ਸੁਪਰੀਮ ਕੋਰਟ ਤੋਂ ਵੀ ਇਹਦੇ ਅਗੇਂਸਟ ਡਿਸੀਜ਼ਨ ਲੈ ਗਏ। ਉਹ ਤੋਂ ਬਾਅਦ ਵਿੱਚ ਇੱਕ ਵਾਰ ਡੀਰੇਲ ਹੋ ਗਈਆਂ ਸੀਗੀਆਂ।
ਹੁਣ ਜਿਹੜੀ ਉਦੋਂ ਕੰਡੀਲਾ ਖਾਪ ਹੋਈ ਆ ਉਹ ਵੀ ਜਿਹੜੀ ਮਹਾ ਖਾਪ ਕਹਿ ਦਿੰਦੇ ਆ, ਉਹ ਮਹਾ ਖਾਪ ਹੋਈ ਆ। ਉਹਦੇ ਵਿੱਚ ਸਾਰੇ ਜਿਹੜੇ ਸਟੇਜ ਦੇ ਵਿੱਚ ਸੀ ਤੇ 36 ਬਰਾਦਰੀਆਂ ਦੇ ਖਾਪ ਪੰਚਾਇਤਾਂ ਦੇ ਪ੍ਰਧਾਨ ਸੀਗੇ, ਜਿਹਨੂੰ ਚੌਧਰੀ ਕਹਿੰਦੇ ਆ। ਉਹ ਜਿਹੜਾ ਕੋਈ ਵੀ ਉਹ ਚੌਧਰੀ ਬਣ ਜਾਂਦਾ ਜਿਹੜਾ ਖਾਪ ਪੰਚਾਇਤ ਦਾ ਹੁੰਦਾ। ਤੇ ਜਿਹੜੀ ਅੱਜ ਸ਼ਾਮਲੀ ਦੇ ਵਿੱਚ ਹੋਈ ਆ, ਜਿੱਥੇ ਲੱਖਾਂ ਹੀ ਬੰਦੇ ਸੀ, ਡਿਸਪਾਈਟ ਆਫ ਗਵਰਨਮੈਂਟ ਨੇ ਉਹਨੂੰ ਕਿਹਾ ਸੀ ਤੁਸੀਂ 4 ਬੰਦੇ ਤੋਂ ਵਾਧੂ ਬੰਦੇ ਇਕੱਠੇ ਨਹੀਂ ਹੋ ਸਕਦੇ, ਤਾਂ ਉਹਦੇ ਵਿੱਚ 37 ਬਰਾਦਰੀਆਂ ਦੇ ਚੌਧਰੀ ਸੀਗੇ। ਹੁਣ ਇਹਦੇ ਨਾਲ ਖਾਪ ਪੰਚਾਇਤਾਂ ਜਦੋਂ ਤਾਂ ਹੀ ਖਾਪ ਪੰਚਾਇਤਾਂ ਜੀਰੀਆਂ ਸੀ, ਉਦੋਂ ਤਾਂ ਹੀ ਉੱਥੇ ਇੰਟਰਕਾਸਟ ਲੈਵਲ ਤੇ ਵੰਡ ਨਹੀਂ ਸਕੇ ਇਹਨਾਂ ਲੋਕਾਂ ਨੂੰ। ਚਲੋ ਉਹ ਅੱਜ ਆਪ ਵੀ ਮੰਨਦਾ, ਚੌਧਰੀ ਟਕੈਤ ਵੀ ਮੰਨਦਾ ਵੀ ਅਸੀਂ ਗਲਤੀ ਕੀਤੀ ਜਦੋਂ ਅਸੀਂ 2019 ਦੇ ਵਿੱਚ ਐਜ਼ ਖਾਪ ਅਸੀਂ ਮੁਸਲਮਾਨਾਂ ਨੂੰ ਨਾਮ ਸਿੰਘ ਜਿਹੜਾ ਲਿਆ ਡਾਕਟਰ ਸਾਹਿਬ ਤੁਹਾਡੀ ਆਵਾਜ਼ ਫੇਰ ਕੱਟੀ ਜਾ ਰਹੀ ਹੈ ਜੀ। ਹੁਣ ਜੀ ਹੁਣ ਠੀਕ ਆ ਜੀ। ਹੈਲੋ ਹਾਂਜੀ ਹੁਣ ਠੀਕ ਆ ਡਾਕਟਰ ਸਾਹਿਬ। ਬੈਕ ਕਿਤੇ ਮਾੜੇ ਏਰੀਏ ਚੋਂ ਜੀ, ਪਲੀਜ਼ ਫੋਨ ਕਰਿਓ, ਕਿਤੇ ਗੱਡੀ ਖੜਾ ਕੇ ਕਰਿਓ ਜੀ। ਸ਼ਾਹ ਮਹਿੰਦਰ ਸਿੰਘ ਜੀ, ਲਾਈਨ ਨੰਬਰ 4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਭਾਈ ਸਾਹਿਬ ਜੀ ਤੁਹਾਨੂੰ ਮੁਬਾਰਕਾਂ। ਪਰਮਾਤਮਾ ਵੱਲੋਂ ਤੁਸੀਂ ਇੱਕ ਇਹੋ ਜਿਹਾ ਰਾਹ ਚੁਣ ਲਿਆ ਕਿ ਤੁਸੀਂ ਅੱਜ ਔਖੀ ਘੜੀ ਵਿੱਚ ਆਪਣੀ ਕੌਮ ਨਾਲ ਖੜੇ ਹੋ। ਪਰਮਾਤਮਾ ਤੁਹਾਨੂੰ ਸਲਾਮਤ ਰੱਖੇ ਤੇ ਆਪਾਂ ਸਾਰੇ ਰਲ ਮਿਲ ਕੇ ਇਹ ਮੋਰਚਾ ਫਤਿਹ ਕਰੀਏ। ਮੋਰਚਾ ਦੁਬਾਰਾ ਫੇਰ ਖੜਾ ਹੋ ਗਿਆ। ਤੇ ਦੂਸਰੀ ਗੱਲ ਮੇਰਾ ਖਿਆਲ ਹੈ ਵੀ ਅੱਜ ਹੀ ਹੈ ਸ਼ਾਇਦ ਵੱਡੇ ਘੱਲੂਘਾਰੇ ਦੇ 259 ਦਿਨ ਹੋ ਗਏ ਹੈ। 259 ਹੀ ਹੋ ਗਏ ਵੱਡੇ ਘੱਲੂਘਾਰੇ ਨੂੰ। ਦੇਖੋ ਜਿਸ ਤਰ੍ਹਾਂ ਵੱਡੇ ਘੱਲੂਘਾਰੇ ਵਿੱਚ ਸਾਡੀ ਕੌਮ ਨੇ ਵਹੀਰ ਵੀ ਬਚਾਇਆ ਹੈ ਤੇ ਦੁਸ਼ਮਣ ਨਾਲ ਟੱਕਰ ਵੀ ਲਈ ਹੈ, ਤੇ ਮੁੜ ਕੇ ਉਸ ਦੁਸ਼ਮਣ ਦਾ ਹੀਆ ਨਹੀਂ ਪਿਆ ਇਧਰ ਨੂੰ ਆ ਜੇ। ਅੱਜ ਵੀ ਬਿਲਕੁਲ ਉਹ ਸਥਿਤੀ ਬਣੀ ਹੋਈ ਹੈ। ਅੱਜ ਦਾ ਜਿਹੜਾ ਅਬਦਾਲੀ ਹੈ, ਦੁਰਾਨੀ ਹੈ, ਉਹ ਉਸ ਨਾਲੋਂ ਤਕੜਾ ਹੈ। ਤੇ ਅੱਜ ਸਾਨੂੰ ਉਦੋਂ ਵੀ ਤਕੜੇ ਹੋ ਕੇ ਲੜਨ ਦੀ ਲੋੜ ਹੈ। ਸਾਨੂੰ ਵਹੀਰ ਬਚਾਉਣ ਦੀ ਲੋੜ ਹੈ। ਸਾਡਾ ਵਹੀਰ ਅੱਜ ਸਿਰਫ ਉਸੇ ਉਨੇ ਹਿੱਸੇ ਵਿੱਚ ਨਹੀਂ, ਅੱਜ ਸਾਡਾ ਵਹੀਰ ਹੈ ਜਿਹੜਾ ਕੌਮ ਹੈ, ਖਾਸ ਕਰਕੇ ਸਿੱਖ ਕੌਮ, ਉਹਦੇ ਨਾਲ ਬਾਕੀ ਦੇ ਕਿਸਾਨ, ਉਹ ਸਾਰੀ ਦੁਨੀਆ 'ਚ ਬੈਠਾ। ਅੱਜ ਸਾਰੀ ਦੁਨੀਆ 'ਚ ਉਸ ਵਹੀਰ ਨੂੰ ਬਚਾਉਣ ਦੀ ਲੋੜ ਹੈ। ਕੋਸ਼ਿਸ਼ ਤੁਹਾਡੀ ਬਹੁਤ ਵਧੀਆ ਹੈ, ਤੁਸੀਂ ਇੱਕ ਵਧੀਆ ਰੋਲ ਨਿਭਾ ਰਹੇ ਹੋ। ਇਸੇ ਤਰ੍ਹਾਂ ਰੋਲ ਨਿਭਾਉਂਦੇ ਰਹੋ ਤੇ ਉਸੇ ਤਰ੍ਹਾਂ ਹੀ ਅੱਜ ਵੀ ਅਸੀਂ ਉਨੇ ਹੀ ਉਦੋਂ ਵੀ ਵੱਧ ਸਾਬਤ ਹੋ ਕੇ ਅੱਗੇ ਆਈਏ ਤੇ ਇਹ ਮੋਰਚਾ ਫਤਿਹ ਕਰੀਏ। ਮੈਂ ਤਾਂ ਸਿਰਫ ਇਹ ਦੁਆਵਾਂ ਹੀ ਕਰਦਾ ਤੇ ਤੁਹਾਨੂੰ ਮੁਬਾਰਕਬਾਦ ਦਿੰਦਾ ਵੀ ਜਿਹੜੇ ਤੁਸੀਂ ਇਹਨੂੰ ਇੰਨੇ ਸਿਦਕ ਦਿਲੀ ਨਾਲ ਨਿਭਾ ਰਹੇ ਹੋ। ਜਿਸ ਤਰ੍ਹਾਂ ਹੁਣ ਖਾਪ ਪੰਚਾਇਤਾਂ ਦੀ ਗੱਲ ਹੋ ਰਹੀ ਸੀ, ਉਹ ਲੋਕ ਸਾਰੇ ਉੱਠੇ ਆ। ਅੱਜ ਉਹ ਸਾਡੇ ਜਰਨੈਲ ਬਣ ਕੇ ਸਾਡੇ ਨਾਲ ਆ ਸਕਦੇ ਆ, ਸਾਡੀਆਂ ਬਾਹਾਂ ਬਣ ਕੇ, ਸਾਡੇ ਹਥਿਆਰ ਬਣ ਕੇ ਸਾਰੇ ਸਾਡੇ ਨਾਲ ਹੋ ਰਹੇ ਆ। ਇਹਨੂੰ ਜਾਰੀ ਰੱਖੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ, ਪਲੀਜ਼ ਫੋਨ ਕਰਿਓ, ਕਿਤੇ ਗੱਡੀ ਖੜਾ ਕੇ ਤਾਂ ਅਸੀਂ ਗੱਲ ਕਰ ਸਕੀਏ ਤੇ ਇੱਕ ਵਪਾਰਕ ਸੰਦੇਸ਼ ਲੈ ਲਈਏ, ਮੁੜ ਕੇ ਆਉਣਾ ਜੀ। ਅੱਗੇ ਚੱਲਣ ਤੋਂ ਪਹਿਲਾਂ ਸ਼ਾਹ ਅਵਤਾਰ ਸਿੰਘ ਮੇਰੇ ਨਾਲ ਨੇ। ਡਾਕਟਰ ਸਾਹਿਬ, ਲਾਈਨ ਨੰਬਰ 2। ਗਿੱਲ ਸਾਹਿਬ ਫਿਰ ਮੁੜ ਕੇ ਮੈਂ ਹਾਂਜੀ ਹੁਣ ਠੀਕ ਹੈ ਜੀ। ਹੁਣ ਲੈਂਡਲਾਈਨ ਤੋਂ ਕਰਦਾ ਸੀਗਾ ਗਿੱਲ ਸਾਹਿਬ। ਉਹਦੇ ਵਿੱਚ ਇਹ ਹੁਣ ਅੱਜ ਉੱਥੇ ਜਿਹੜੀਆਂ ਇਹਨਾਂ ਦੇ ਵਿੱਚ ਬਹੁਤ ਹਾਰਮਨੀ ਸੀ। ਜੇ ਤੁਸੀਂ ਖਾਪ ਪੰਚਾਇਤਾਂ ਦੀ ਜਿਹੜੀ ਹਿਸਟਰੀ ਇਟ ਗੋਜ਼ ਬੈਕ ਟੂ ਜਿਹੜੀ 1200 ਤੋਂ ਇਹਨਾਂ ਦਾ ਇਹੋ ਚੱਲਿਆ ਆ ਰਿਹਾ। ਮੈਂ ਟਰਾਈ ਕਰ ਰਿਹਾ, ਇੱਕ ਉੱਥੇ ਡਾਕੂਮੈਂਟ ਆ, ਮਤਲਬ ਬਹੁਤ ਉਹ ਹੈ ਤਾਂ ਮਤਲਬ ਹਿੰਦੀ ਵਿੱਚ ਆਪਾਂ ਨੂੰ ਵਾਲੀ ਹਿੰਦੀ ਨਹੀਂ ਆਉਂਦੀ, ਪਰ ਜਿਹੜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ, ਉਹ ਵੀ ਬੇਸਿਕਲੀ ਇੱਕ ਖਾਪ ਪੰਚਾਇਤ ਹੀ ਸੀ।
ਜਿਹੜੀ ਖਾਪ ਦੀ ਤਰ੍ਹਾਂ ਉੱਥੇ ਲੋਕ ਇਕੱਠੇ ਹੋਏ ਸੀ, ਉਹਦੇ ਵਿੱਚ ਵੀ ਜਿਹੜੀਆਂ ਖਾਪਾਂ ਸੀ, ਜਿੱਥੇ ਆਪਾਂ ਕਹਿੰਦੇ ਵੀ ਇੱਕ ਉਹਦੇ ਵਿੱਚ ਸਿੱਖ ਮਤਲਬ ਸ਼ਡਿਊਲ ਕਾਸਟ ਸੀ, ਇੱਕ ਫਲਾਨੀ ਜਾਤ ਦਾ ਸੀ, ਇੱਕ ਫਲਾਨੀ ਜਾਤ ਦਾ ਸੀ, ਉਹ ਸੇਮ ਹੀ ਉਦੋਂ ਵੀ ਸੁਸਾਇਟੀ ਉਹੋ ਹੀ ਸੀ। ਜਿਹੜੇ ਲੋਕਾਂ ਨੇ ਜਿਹੜੀਆਂ ਖਾਪਾਂ ਨੇ ਉਹਨਾਂ ਨੂੰ ਸਪੋਰਟ ਕੀਤੀ, ਉਹ ਪੰਜ ਪਿਆਰੇ ਬਣੇ ਬਾਅਦ ਵਿੱਚ। ਇਹਦੀ ਡਾਕੂਮੈਂਟੇਸ਼ਨ ਕਿਤੇੋਂ ਲੱਭਣੀ ਪੈਣੀ ਆ, ਪਰ ਜਿਹੜੀ ਮਤਲਬ ਕਿਉਂਕਿ ਆਪਾਂ ਨੂੰ ਇੰਨੀ ਹਿੰਦੀ ਪੜ੍ਹਨੀ ਨਹੀਂ ਆਉਂਦੀ, ਜਿਹੜੇ ਸਿੱਖ ਰਿਸਰਚ ਵਾਲੇ ਬੰਦੇ ਉਹਨਾਂ ਨੂੰ ਚਾਹੀਦਾ, ਉੱਥੇ ਹੈਗੇ ਉਹ ਡਾਕੂਮੈਂਟ ਖਾਪ ਪੰਚਾਇਤਾਂ ਦੇ ਯੂਪੀ ਦੇ ਵਿੱਚ ਇੱਕ ਜਗ੍ਹਾ, ਉੱਥੋਂ ਜਾ ਕੇ ਇਹਦੇ ਬਾਰੇ ਕਿਸੇ ਨੂੰ ਪੜ੍ਹਨਾ ਚਾਹੀਦਾ ਵੀ ਇਹਦੇ ਵਿੱਚ ਇਹਦੇ ਪਿੱਛੇ ਕੀ ਸੀ, ਹਿਸਟੋਰੀਕਲ ਪੁਆਇੰਟ। ਭਾਈ ਸਾਹਿਬ, ਭਾਈ ਹਿੰਮਤ ਸਿੰਘ ਪੰਜ ਪਿਆਰਿਆਂ ਚੋਂ ਜਿਹੜੇ ਪੰਜੋਖਰਾ ਸਾਹਿਬ ਚੋਂ ਗਏ ਸੀ ਜੀ, ਉਹ ਮੈਂ ਪੜ੍ਹਦਾ ਹਟਿਆ ਪਿਛਲੇ ਦਿਨੀ ਸਰ ਸਤਵੀਰ ਸਿੰਘ ਉਹਨਾਂ ਤੋਂ। ਹਾਂਜੀ, ਉਹ ਵੀ ਮਤਲਬ ਇੱਕ ਖਾਪ ਪੰਚਾਇਤਾਂ ਦੀ ਪੰਚਾਇਤ ਕਾਲ ਕੀਤੀ ਸੀ ਵੀ ਆਪਣੇ ਨਾਲ ਇਦਾਂ ਹੋ ਰਿਹਾ, ਵੀ ਆਪਾਂ ਇਦਾਂ ਕਰੀਏ। ਉਹ ਖਾਪ ਪੰਚਾਇਤਾਂ ਇੰਨੀਆਂ ਪ੍ਰੈਵਲੈਂਟ ਸੀ ਉਦੋਂ ਵੀ, ਚਲੋ ਗਵਰਨਮੈਂਟਾਂ ਦੇ ਆਪਣੇ ਹੁੰਦੇ ਮੁੱਦੇ ਉਹ ਨਹੀਂ ਉਹਨਾਂ ਨੂੰ ਸਿੱਟਣ ਦੀ ਕੋਸ਼ਿਸ਼ ਕੀਤੀ। ਹੁਣ ਜੇ ਆਪਾਂ ਪਿਛਲੇ 3 4 5 6 ਦਿਨਾਂ ਦੀ ਦੇਖ ਸਕੀਏ ਤਾਂ ਜਿੰਨਾ ਮੇਰੇ ਖਿਆਲ ਸਿੱਖਾਂ ਦੀ ਪ੍ਰੇਜ਼ ਜਾਂ ਕੀਤੀ ਹੈ ਨਹੀਂ ਖਾਪ ਪੰਚਾਇਤਾਂ 'ਚ ਕੀਤੀ, ਜਾਂ ਟਕੈਤ ਸਾਹਿਬ ਨੇ, ਜਾਂ ਈਵਨ ਹੋਰ ਇੱਕ ਤੁਸੀਂ ਸੁਣਿਆ ਹੋਣਾ ਉੱਥੋਂ MLA ਆ, ਨਾਂ ਤੋਂ ਨਾ ਯਾਦ ਭੁੱਲ ਗਿਆ, ਜਿਹਨੇ ਰਿਜ਼ਾਈਨ ਵੀ ਦੇ ਦਿੱਤਾ BJP ਤੋਂ, ਉਹਨਾਂ ਨੇ ਵੀ ਮਤਲਬ ਬਹੁਤ ਸਿੱਖਾਂ ਦੀ ਪ੍ਰੇਜ਼ ਕੀਤੀ ਆਪਣੇ ਉੱਥੇ ਖਾਪ ਪੰਚਾਇਤ ਦੇ ਵਿੱਚ। ਮੈਂ ਸੁਣਦਾ ਸੀਗਾ ਵੀ ਇਹੋ ਵੀ ਬਹੁਤ ਵਧੀਆ, ਦੇਖ ਲਓ ਜੇ ਕਿਸੇ ਨੂੰ ਤੁਸੀਂ ਦੁੱਧ ਭਾਵੇਂ 20 ਕਿਲੋ ਹੋਵੇ, ਜੇ ਉਹਨੂੰ ਕਿਲੋ ਚਾਹੀਦਾ ਉਹਨੂੰ ਕਿਲੋ ਹੀ ਲੈਣਾ, ਜੇ 2 ਟਮਾਟਰ ਚਾਹੀਦੇ 2 ਹੀ ਲੈਣੇ, ਤੀਜੇ ਨੂੰ ਹੱਥ ਨਹੀਂ ਲਾਉਂਦਾ। ਵੀ ਆਪਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਹਨਾ। ਇਸ ਕਰਕੇ ਜੇ ਆਪਾਂ ਨੂੰ ਐਜ਼ ਏ ਸਿੱਖ ਕਮਿਊਨਿਟੀ ਮੈਂ ਹਰ ਚੀਜ਼ ਲਈ ਖੜਾ ਹਾਂ ਨਾ। ਮੈਂ ਜੇ ਕੋਈ ਬੰਦਾ ਕਹੇ ਵੀ ਆਪਾਂ ਨੂੰ ਖਾਣਾ ਚਾਹੀਦਾ, ਮੈਂ ਕਹਿੰਦਾ ਚਾਹੀਦਾ। ਮੈਂ ਸਾਰਿਆਂ ਤੋਂ ਪਹਿਲਾਂ ਕਹਿੰਦਾ ਆਪਾਂ ਕੱਲ ਤੁਸੀਂ ਮੇਰੇ ਨਾਲ ਗੱਲ ਕਰਦੇ, ਮੇਰਾ ਕੱਲ ਵੀ ਉਹਲੇ ਇਮੋਸ਼ਨਲ ਹੋ ਗਿਆ ਸੀ। ਹਰਮਿੰਦਰ ਸਿੰਘ ਮੇਰਾ ਮਤਲਬ ਬੈਸਟ ਫਰੈਂਡ ਸੀ, ਅਸੀਂ 6ਵੀਂ ਕਲਾਸ ਤੋਂ ਇਕੱਠੇ ਪੜ੍ਹੇ ਸੀ ਨਾ, ਤਾਂ ਮਤਲਬ ਉਹ ਅਸੀਂ ਬੰਦੇ ਗਵਾਏ। ਮੈਂ ਬਹੁਤ ਯਾਰ ਦੋਸਤ ਗਵਾਏ ਨੇ। ਚਲੋ ਆਪਾਂ ਇੱਥੇ ਆ ਗਏ, ਮੈਂ ਕਈ ਵਾਰੀ ਬੈਠ ਕੇ ਸੋਚਦਾ ਹੁੰਦਾ ਵੀ ਉਹਨੇ ਕੀ ਕਰ ਲਿਆ, ਠੀਕ ਹੈ, ਬਹੁਤ ਦੋਸਤ ਗਵਾ ਲਏ ਆਪਾਂ। ਹੁਣ ਇੱਥੇ ਬੈਠੇ ਫੁਗਰੀ ਮਾਰੀ ਜਾਈਏ ਆਪਣਾ, ਮੇਰੇ ਖਿਆਲ 'ਚ ਉਹ ਕਈ ਵਾਰੀ ਤੁਹਾਨੂੰ ਰੋਸ ਵੀ ਤੁਹਾਡੇ ਅੰਦਰ ਆਉਂਦਾ ਉਹਦੇ ਨਾਲ ਵੀ, ਯਾਰ ਬੜੇ ਚੰਗੇ ਦੋਸਤ ਸੀ ਅਸੀਂ, ਉਹ ਕਿੱਥੇ ਦੇ ਕੇ ਚਲ ਗਏ ਜ਼ਿੰਦਗੀ ਛੱਡ ਕੇ ਹਨਾ। ਤਾਂ ਇਸ ਕਰਕੇ ਆ ਵੀ ਜਿੱਥੋਂ ਦਾ ਹੀ ਮੈਂ ਹੁਣ ਉਹਨਾਂ ਨਾਲ ਗੱਲ ਕਰਦਾ ਸੀ, ਮੈਂ ਕਿਹਾ ਵੀ ਤੁਸੀਂ ਉਹਦਾ ਰੀਜ਼ਨ ਦਿਓ ਵੀ ਜੇ ਤੁਹਾਨੂੰ ਤੁਸੀਂ ਇਸ ਕਰਕੇ ਕੈਂਸਲ ਕੀਤੀ ਆ UP ਦਾ ਉਹਦੇ ਵਿੱਚ, ਤਾਂ ਕਿ ਤੁਸੀਂ ਲੋਕਾਂ ਨੂੰ ਇਹ ਦੱਸੋ ਵੀ ਅਸੀਂ ਤਾਂ ਕਰਕੇ ਕੀਤੀ ਆ ਵੀ ਇੰਟਰਨਲੀ ਸਾਡੇ ਕੋਲ ਵੀ ਇੰਟਰਨਲੀ ਸਾਨੂੰ ਪਤਾ ਲੱਗ ਰਿਹਾ ਵੀ ਇਹਦੇ ਵਿੱਚ ਗਵਰਨਮੈਂਟ ਵਾਇਓਲੈਂਸ ਕਰ ਸਕਦੀ ਹੈ ਜਾਂ ਕਰਵਾ ਸਕਦੀ ਹੈ, ਜਿਹਦੇ ਕਰਕੇ ਇਹਨੂੰ ਫਰਦਰ ਆਪਾਂ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਸਟੇਟਮੈਂਟ ਨੂੰ ਮੋਹਰੇ ਲਿਆਓ, ਇਹਨੂੰ ਹਾਈਡ ਨਾ ਕਰੋ, ਇਹਨੂੰ ਇਸ ਕਰਕੇ ਨਾ ਕਰੋ ਵੀ ਤੁਸੀਂ ਵੀ ਇਕੱਲੇ ਟਕੈਤ ਕਰਕੇ ਕਰਤੀ, ਉਹਨੂੰ ਇਸ ਚੀਜ਼ ਨੂੰ ਮੋਹਰੇ ਲਿਆਓ ਵੀ ਅਸੀਂ ਤਾਂ ਕਰਕੇ ਇਹਨੂੰ ਟਕੈਤ ਦੇ ਕਿਹਾ ਕੀਤੀ ਆ ਵੀ ਕਿਉਂਕਿ ਉੱਥੇ ਵਾਇਓਲੈਂਸ ਹੋ ਸਕਦੀ ਆ, ਮੁੜ ਕੇ ਆਪਾਂ 26 ਜਨਵਰੀ ਵਾਲੇ ਸਪੌਟ ਤੇ ਦੁਬਾਰਾ ਜਾ ਸਕਦੇ ਹਾਂ, ਕਿਉਂਕਿ ਉੱਥੇ ਦੋਨੇ ਜਗ੍ਹਾ BJP ਦੀਆਂ ਸਰਕਾਰਾਂ ਹੈ। BJP ਕੋ ਉੱਥੇ ਜਿਹੜੀ ਕ੍ਰਾਸ ਹਾਲੇ ਸਪੋਰਟ ਵੀ ਹੈਗੀ ਹੈ, ਇਹ ਨਹੀਂ ਕਹਿ ਸਕਦੇ ਆਪਾਂ ਵੀ ਖਾਪ ਪੰਚਾਇਤਾਂ ਆ ਗਈਆਂ। ਸਿਰਫ ਵੈਸਟਰਨ ਉੱਤਰ ਪ੍ਰਦੇਸ਼ 'ਚ ਅੱਜ ਪਹਿਲੀ ਹੋਈ ਜਿਹੜੀ ਪੂਰਵਾਂਚਲ 'ਚ ਹੋਈ ਆ, ਜਿੱਥੇ ਸ਼ਾਮਲੀ ਵਾਲੀ ਜਿਹੜੀ ਪੂਰਬੀ ਉੱਤਰ ਪ੍ਰਦੇਸ਼ ਤੋਂ ਥੋੜੀ ਹਟ ਕੇ ਆ, ਜਾਂ ਜਿੱਥੇ ਬਾਕੀ ਦੇ ਵੀ ਲੋਕ ਆਏ ਆ। ਇਸ ਕਰਕੇ ਆਪਾਂ ਨੂੰ ਮੇਰੇ ਖਿਆਲ 'ਚ ਇਹ ਆ ਵੀ ਸਾਰਿਆਂ ਤੋਂ ਵੱਡੀ ਗੱਲ ਆ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਟਵੀਟ ਕਰੋ, ਤਾਂ ਕਿ ਮੋਦੀ ਨੂੰ ਆਪਾਂ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਮਨੋਵਿਗਿਆਨਕ ਤੌਰ ਤੇ ਮਾਰੀਏ। ਉਹਦੇ ਵਰਗੀ ਕੋਈ ਚੀਜ਼ ਨਹੀਂ, ਜੇ ਆਪਾਂ ਉਹਨੂੰ ਮਨੋਵਿਗਿਆਨਕ ਤੌਰ ਤੇ ਮਾਰ ਜਾਂਦੇ ਆਪੇ ਉਹਨੇ ਪਿੱਛੇ ਹਟ ਜਾਣਾ। ਬਾਕੀ ਜਿੱਥੋਂ ਦਾ ਹੈਗਾ, ਜੇ ਆਪਾਂ ਮੈਂ ਇਹ ਚਾਹੁੰਦਾ ਦਿਲੋਂ, ਇਹੋ ਜਿਹੜੀ ਮੂਵਮੈਂਟ ਆ 5-6 ਮਹੀਨੇ ਹੋਰ ਚੱਲਣੀ ਚਾਹੀਦੀ ਆ, ਤਾਂ ਕਿ ਜਿਹੜੀ ਹਿੰਦੀ ਹਾਰਟਲੈਂਡ ਆ ਉਹ ਇਹਦੇ ਨਾਲ ਸਾਰੀ BJP ਤੋਂ ਟੁੱਟ ਜਾਏ। ਆਪਣਾ ਜਿਹੜਾ ਫਾਰਮਰਾਂ ਦਾ ਮੁੱਦਾ ਉਹ ਇੱਕ ਛੋਟਾ ਜਿਹਾ ਮੁੱਦਾ ਹੈ, ਆਪਣਾ ਜਿਹੜਾ ਵੱਡਾ ਮੁੱਦਾ ਉਹ ਹੈਗਾ ਇੱਕ ਹਿੰਦੂਤਵਾ ਨੂੰ ਤੋੜਨਾ। ਉਹ ਹਿੰਦੂਤਵਾ ਨੂੰ ਇਹੀ ਇੱਕ ਮੂਵਮੈਂਟ ਹੈ ਜਿਹੜੀ ਹਿੰਦੂਤਵਾ ਨੂੰ ਤੋੜ ਸਕਦੀ ਆ, ਕਿਉਂਕਿ ਉਹ ਹਿੰਦੂ ਲੋਕ ਆ, ਉਹ ਹਿੰਦੂ ਲੋਕਾਂ ਨੇ ਛੱਡ ਜਾਣਾ ਮੋਦੀ ਨੂੰ, ਉਹਦੇ ਨਾਲ ਹੀ ਹਿੰਦੂਤਵਾ ਟੁੱਟਣੀ ਆ। ਜੇ ਆਪਾਂ ਮੈਂ ਚਾਹੁੰਦਾ ਵੀ ਇਹਨੂੰ ਏਦਾਂ ਹੀ ਇਹੋ ਹੌਲੀ ਹੌਲੀ ਜਿਹੜੀ ਪੀਸਫੁਲੀ ਚੱਲਦੀ ਰਹੇ 5-6 ਮਹੀਨੇ, ਹੋਰ ਲੋਕੀ ਇਹਦੇ ਨਾਲ ਜੁੜਨ, ਕੋਈ ਚੱਕਰ ਨਹੀਂ। ਜੇ ਉੱਥੇ ਫਾਰਮਰ ਬੈਠੇ ਆ, ਮੇਰੇ ਆਪਣਾ ਬ੍ਰਦਰ ਬੈਠਾ, ਹੋਰ ਵੀ ਬੰਦੇ ਬੈਠੇ ਆ, ਕੋਈ ਫਰਕ ਨਹੀਂ। ਉੱਥੇ ਜੇ 3 ਮਹੀਨੇ ਗਰਮੀਆਂ 'ਚ ਬਹਿਣਾ ਪੈ ਜਾਊ, ਜੱਟ ਸਾਰੀ ਉਮਰ ਗਰਮੀਆਂ 'ਚ ਕੰਮ ਕਰਦਾ, ਉਹਦੇ ਉੱਥੇ ਕਿਹੜੇ ਘਰੇ AC ਲੱਗੇ ਹੁੰਦੇ ਆ। ਇਹ ਮੂਵਮੈਂਟ ਨੂੰ ਇਸ ਹਿਸਾਬ ਨਾਲ ਤੋਰੀਏ ਤਾਂ ਕਿ ਇਹ ਮੂਵਮੈਂਟ ਜਿਹੜੀ ਇੱਕ ਵੱਡੀ ਮੂਵਮੈਂਟ ਹੋ ਜਾਏ, ਇਹੀ ਨਾ ਰਹਿ ਜਾਏ ਫਾਰਮਰ ਤਾਂ ਹੀ ਰਹਿ ਜਾਏ। ਇਹ ਮੂਵਮੈਂਟ ਨਾਲ ਜਿਹੜਾ ਇੱਕ ਆਪਾਂ ਇਸ ਮੂਵਮੈਂਟ ਦੇ ਥਰੂ ਹਿੰਦੂਤਵਾ ਦਾ ਜਿਹੜਾ ਆਪਾਂ ਇੱਕ ਬੈਕ ਆ ਉਹ ਤੋੜ ਸਕਦੇ ਆ। ਮੇਰੇ ਖਿਆਲ ਆਪਾਂ ਸਾਰਿਆਂ ਨੂੰ ਇਹ ਮੂਵਮੈਂਟ ਨੂੰ ਸਪੋਰਟ ਕਰੀਏ ਇੰਟਰਨੈਸ਼ਨਲ ਲੈਵਲ ਤੇ ਥਰੂ ਸੋਸ਼ਲ ਮੀਡੀਆ। ਜਿਹੜੀ ਅੱਜ ਦੀ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਦੀ ਕਾਉਂਸਲ ਦਾ
ਟਵੀਟ ਆ ਉਹਦੇ ਕਰਕੇ ਅੱਜ ਇੰਡੀਆ ਦਾ ਸਾਰਾ ਮੀਡੀਆ ਦੁਬਾਰਾ ਸਵੇਰ ਦਾ ਹਿੱਲਿਆ। ਜਦੋਂ 7:28 ਤੇ ਉਹਨਾਂ ਨੇ ਟਵੀਟ ਕੀਤਾ ਉਹਦੇ ਪਿੱਛੇ ਬਹੁਤ ਜ਼ੋਰ ਲੱਗਿਆ। ਤਾਂ ਉਹਨੂੰ ਸਾਰਿਆਂ ਤੋਂ ਜ਼ਿਆਦਾ ਉਸ ਚੀਜ਼ ਨੂੰ ਮੋਹਰੇ ਲਿਆਓ ਤਾਂ ਕਿ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਮੋਦੀ ਨੂੰ ਆਪਾਂ ਡੀਫੇਮ ਕਰ ਸਕੀਏ। ਥੈਂਕ ਯੂ ਗਿੱਲ ਸਾਹਿਬ ਟਾਈਮ ਦੇਣ ਲਈ। ਬਿਲਕੁਲ ਠੀਕ ਹੈ ਡਾਕਟਰ। ਓਕੇ, ਧੰਨਵਾਦ ਜੀ ਡਾਕਟਰ ਸਾਹਿਬ, ਧੰਨਵਾਦ। ਸੋ ਹਰ ਇੱਕ ਢੰਗ ਹੈ, ਇੰਟਲੈਕਚੁਅਲ ਵਰਗ ਹੈ ਜਿਹੜਾ, ਉਹਨਾਂ ਦਾ ਆਪਣਾ ਇੱਕ ਢੰਗ ਬਹੁਤ ਵਧੀਆ। ਇੱਕ ਨਾ ਇਹ ਜਿਹੜੀ ਮੁਹਿੰਮ ਚੱਲੀ ਹੋਈ ਹੈ ਯੂਨਾਈਟਿਡ ਨੇਸ਼ਨ ਨੂੰ ਜਿਹੜੀਆਂ ਚਿੱਠੀਆਂ ਪਾਉਣ ਦੀ, ਉਹਨੂੰ ਪਲੀਜ਼ ਆਪਾਂ ਫੋਲੋ ਕਰੋ, ਉਹਦੇ ਤੇ ਆਪਾਂ ਜ਼ੋਰ ਲਾਈਏ। ਉਹ UN ਨੂੰ ਲਿਖੋ, ਉਹਦੀਆਂ ਈਮੇਲਸ ਨੇ ਜਿਹੜੀਆਂ ਸਾਰੀਆਂ, ਗੁਰਪ੍ਰੀਤ ਸਿੰਘ ਸਹੋਤ ਤੇ ਉਹਨਾਂ ਨੇ ਵੀ ਜਿਹੜੀਆਂ ਉਹ ਸਾਂਝੀਆਂ ਕੀਤੀਆਂ, ਉਹਨਾਂ ਦੇ ਫੇਸਬੁੱਕ ਤੇ ਚਲੇ ਜਾਇਓ ਤੇ ਮੈਂ ਵੀ ਉਹਨੂੰ ਸ਼ੇਅਰ ਕਰਦਾ, ਮੇਰੇ ਵਾਲੀ ਫੇਸਬੁੱਕ ਤੇ ਦੇਖ ਲਿਓ। ਤੇ ਇਸ ਤੇ ਆਪਾਂ ਵੱਧ ਤੋਂ ਵੱਧ ਕੰਮ ਕਰੀਏ। ਦੇਖੋ ਹਰ ਪੱਖੋਂ ਸਾਨੂੰ ਕੰਮ ਕਰਨਾ ਪੈਣਾ। ਕੁਦਰਤ ਬਹੁਤ ਅਸੀਮ ਹੈ, ਉਹਦੀ ਸੀਮਾ ਨਹੀਂ ਕੋਈ ਹੈ। ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ, ਉਹ ਤਾਂ ਹੋਣੇ ਦਾ ਹੀ ਪਤਾ ਲੱਗਣਾ ਜਦ ਹੋ ਜਾਂਦਾ, ਜਦ ਕੜਮਚੂ ਬੋਲ ਜਾਂਦਾ ਨਾ, ਪਤਾ ਜਦ ਹੀ ਲੱਗਦਾ ਕਿ ਆਹ ਹੋ ਗਿਆ। ਹੁਣ ਜੇ ਦੇਖਿਆ ਜਾਵੇ, ਅਸੀਂ ਖਾਪ ਪੰਚਾਇਤਾਂ ਦੇ ਬਾਰੇ ਇਹ ਸੋਚਦੇ ਸੀ ਕਿ ਯਾਰ ਇਹਨਾਂ ਨੇ ਧੱਕਾ ਕੀਤਾ, ਇਹਨਾਂ ਨੇ ਜਿਹੜਾ ਉਹ ਜਾਟ ਅੰਦੋਲਨ ਵੇਲੇ ਸਾਡੇ ਧੀਆਂ ਧਿਆਣੀਆਂ ਜਿਹੜੀਆਂ ਸੜਕ ਤੇ ਸੀ, ਉਹਨਾਂ ਨੂੰ ਆਪਾਂ ਕਿੰਨਾ ਚਿਰ, ਮੈਂ ਇੱਥੇ ਬੋਲਦਾ ਰਿਹਾ ਜਦ ਤੱਕ ਤੁਹਾਨੂੰ ਪਤਾ ਨਹੀਂ, ਤੁਹਾਨੂੰ ਨਹੀਂ ਪਤਾ ਲੱਗਦਾ। ਪਰ ਜਾਟਾਂ ਦੇ ਅੰਦੋਲਨ ਦੇ ਵਿੱਚ 50-60 ਜਾਟਾਂ ਦੇ ਮੁੰਡੇ ਜਿਹੜੇ ਸ਼ਹੀਦ ਹੋਏ ਨੇ, ਉਹਨੂੰ ਅਜਾੜਿਆ ਕੀ ਨੇ? ਉਹ ਕਹਿੰਦੇ ਜਦ ਮੈਂ ਪਿਛਲੀ ਜਦ ਕੰਡੇਲਾ ਵਾਲੇ ਬੰਦੇ ਨਾਲ ਪਹਿਲੀ ਵਾਰ ਜਿਹੜੀ ਗੱਲ ਮੁੰਡੇ ਵਿਰਕ ਨੇ, ਜਸਵੀਰ ਸਿੰਘ ਵਿਰਕ, ਉਹਨਾਂ ਨੇ ਟੋਰਾਂਟੋ ਤੋਂ ਮੇਰੀ ਕਰਾਈ, ਦੱਸਿਆ, ਉਹ ਕਹਿੰਦੇ ਤੁਸੀਂ ਉਹਨੂੰ ਲੈ ਕੇ ਵੀ ਉਹਨਾਂ ਨੂੰ ਆਇਆ ਸੀ। ਤੇ ਫਿਰ ਮੈਂ ਬਹੁਤ ਪਤਾ ਕਰਨ ਦਾ ਯਤਨ ਕੀਤਾ। ਕਰਨਾਲ ਦੇ ਨੇੜੇ ਮੇਰੇ ਦੋਸਤ ਜਿਹੜੇ ਉਹ ਪਿੰਡਾਂ 'ਚ ਰਹਿੰਦੇ ਨੇ, ਜਲਵਾਣਾ ਪਿੰਡ ਹੈ, ਉਹਨਾਂ ਨੂੰ ਪੁੱਛਿਆ, ਖਹਿਰਾ ਸਾਹਿਬ ਨੇ ਉਹਨਾਂ ਨੂੰ ਦੱਸਿਆ। ਉਹ ਕਹਿੰਦੇ ਨਹੀਂ ਤੁਹਾਨੂੰ ਨਹੀਂ ਪਤਾ। ਉਹ ਕਹਿੰਦੇ ਇਹ ਤਾਂ ਉਹਨਾਂ ਨੇ ਵਿੱਚ ਪੈ ਕੇ ਨਹੀਂ ਰੋਹਤਕ ਦੇ ਜਿਹੜੇ ਗੱਡੀਆਂ ਦਾ ਕੋਈ ਡੀਲਰਸ਼ਿਪ ਕਿਹਨੇ ਲੁੱਟਣੀ, ਇਹਨਾਂ ਨੂੰ ਕੋਲ ਪੈਸੇ ਜਿਹੜੇ ਦਿੱਲੀ ਦੇ ਆਲੇ ਦੁਆਲੇ ਜਾਟ ਨੇ, ਉਹਨਾਂ ਨੇ 200 150 ਕਰੋੜ ਦਾ ਕਿੱਲਾ ਵੇਚਿਆ। ਤੇ ਹਾਂ, ਇਹਨੂੰ ਤੁਸੀਂ ਇਸ ਤਰ੍ਹਾਂ ਨਹੀਂ ਲੈਣਾ ਵੀ ਦੇਸ਼ ਦੇ ਉਹ ਖਿਲਾਫ ਨੇ। ਮੈਂ ਕਿਹਾ ਦੇਸ਼ ਦੇ ਖਿਲਾਫ ਤਾਂ ਸਿੱਖ ਵੀ ਨਹੀਂ ਹੈ, ਸਿੱਖ ਕਿਹੜਾ ਦੇਸ਼ ਦੇ ਖਿਲਾਫ ਨੇ? ਸਾਡਾ ਉਹ ਦੇਸ਼ ਨਹੀਂ, ਅਸੀਂ ਉੱਥੇ ਜ਼ਿੰਦਗੀ ਸਾਡੇ ਪੁਰਖਿਆਂ ਨੇ ਕੱਢੀ, ਸਾਡੀ ਭੋਏ ਉੱਥੇ, ਸਾਡਾ ਸੂਬਾ ਉੱਥੇ, ਸਾਡਾ ਸਾਰਾ, ਸਾਡੇ ਗੁਰੂ ਘਰ ਉੱਥੇ, ਅਸੀਂ ਕਿਹੜਾ ਖਿਲਾਫ ਆ? ਬਈ ਦੇਸ਼ ਦੀ ਅਖੰਡਤਾ ਦੇ ਰਹਿੰਦਿਆਂ ਹੋਇਆਂ ਉਹ ਦੇਸ਼ ਦੇ ਵਿੱਚ ਧੱਕੇ ਨੂੰ ਜਿਹੜੇ ਖਾਪ ਪੰਚਾਇਤਾਂ ਵਾਲੇ ਬੰਦੇ ਨੇ ਉਹ ਨਹੀਂ ਹੋਣ ਦਿੰਦੇ। ਮੈਂ ਕਿਹਾ ਬਿਲਕੁਲ, ਇੱਕ ਇਹਨੂੰ ਤੁਸੀਂ ਕਿਸੇ ਪਾਸੇ ਜੋੜ ਲਓ, ਇਹਨੂੰ ਲੈਫਟ ਤੇ ਜੋੜ ਲਓ, ਇਹਨੂੰ ਖਾਪ ਪੰਚਾਇਤ ਜੋੜ ਲਓ, ਇਹਨੂੰ ਸਿੱਖੀ ਕਦਰਾਂ ਕੀਮਤਾਂ ਜੋੜ ਲਓ, ਸਰਬੱਤ ਦੇ ਭਲੇ ਦੇ ਵਿੱਚ। ਅੱਜ ਮੈਂ ਹੁਣ ਦੂਜੇ ਘੱਲੂ ਘਰ ਹੀ ਤੁਹਾਨੂੰ ਸੁਣਾਉਣੀ ਆ, ਹੋਇਆ ਕੀ ਅਕਸਰ ਹੋਇਆ ਕੀ। ਸਾਡਾ ਅਬਦਾਲੀ ਨਾਲ ਰੌਲਾ ਕਾਹਦਾ ਸੀ, ਤੁਹਾਨੂੰ ਵਪਾਰਕ ਸੰਦੇਸ਼ਾਂ ਤੋਂ ਬਾਅਦ ਦੱਸਦਾ ਵੀ ਐਗਜ਼ੈਕਟਲੀ ਹੋਇਆ ਕੀ। ਸਰ ਜਸਵੀਰ ਸਿੰਘ ਜੀ, ਲਾਈਨ ਨੰਬਰ 2। ਧੰਨਵਾਦ ਸਰਦਾਰ ਜੀ। ਮੈਂ ਜਿਹੜਾ ਤੁਸੀਂ ਟੌਪਿਕ ਸ਼ੁਰੂ ਕਰਨ ਲੱਗੇ ਹੋ ਇਹਦੇ ਨਾਲ ਰਿਲੇਟਡ ਹੀ ਮੈਂ ਐਕਚੁਅਲੀ ਹੋਲਡ ਤਾਂ ਮੈਨੂੰ ਪਹਿਲਾਂ ਕੀਤਾ ਸੀ, ਪਰ ਮੈਂ ਆਹੀ ਗੱਲ ਕਰਾਂਗਾ। ਕੋਈ ਨਾ ਜੀ, ਕੋਈ ਨਾ। ਜਿਹੜੀ ਤੁਸੀਂ ਹੁਣ ਵਿਚਾਰ ਦੇਣ ਲੱਗੇ ਹੋ, ਇਹਦੇ ਵਿੱਚ ਨਾ ਦੋ ਚੀਜ਼ਾਂ ਮੈਨੂੰ ਲੱਗਦਾ ਅਸੀਂ ਕਿਤੇ ਨਾ ਕਿਤੇ ਪੰਜਾਬੀ ਦਾ ਸ਼ਬਦ ਆ ਭੰਬਲ ਭੂਸਾ, ਉਹਦੇ ਚ ਪੈ ਜਾਂਦੇ ਆ। ਅਸੀਂ ਧਰਮ ਨੂੰ ਤੇ ਮਨੁੱਖੀ ਜਿਹੜੇ ਕਾਰ ਵਿਹਾਰ ਨੇ ਉਹਨੂੰ ਵੱਖਰਾ ਕਰਕੇ ਵੇਖਦੇ ਆ। ਉਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਕੋਈ ਧਾਰਮਿਕ ਕਿਰਿਆ ਕਰਦੇ ਆ, ਜੀਵਨ ਮਰਨ ਜਾਂ ਗੁਰਦੁਆਰਾ ਸਾਹਿਬਾਨਾਂ ਦੀ, ਉਹਨੂੰ ਅਸੀਂ ਫਿਰ ਧਰਮ ਸਮਝਦੇ ਆ, ਤੇ ਬਾਕੀ ਦਾ ਜਿਹੜਾ ਸਮਾਜਿਕ ਵਿਹਾਰ ਅਸੀਂ ਕਰਦੇ ਆ ਉਹਨੂੰ ਅਸੀਂ ਸਮਝਦੇ ਆ ਵੀ ਧਰਮ ਤੋਂ ਵੱਖਰਾ ਹੈ। ਪਰ ਗੁਰੂ ਪਾਤਸ਼ਾਹ ਦੀ ਜਿਹੜੀ ਫਿਲਾਸਫੀ ਉਹਨਾਂ ਨੇ ਮਨੁੱਖਤਾ ਨੂੰ ਦਿੱਤੀ ਹੈ, ਉਹਦੇ ਵਿੱਚ ਇਹ ਹੈ ਵੀ ਬੋਲੀਏ ਸੱਚ ਧਰਮ। ਸੱਚ ਜਿਹੜਾ ਹੈਗਾ ਉਹ ਜੀਵਨ ਜਾਂਚ ਦਾ ਉਹ ਹਿੱਸਾ ਜਿਹੜੇ ਜਾਂਚ ਦੇ ਨਾਲ ਮਨੁੱਖਵਾਦੀ ਹੋ ਕੇ ਜਿੰਨੀ ਵੀ ਕਿਰਿਆ ਕਰਦਾ ਉਹ ਸਾਰੀ ਕਿਰਿਆ 'ਚੋਂ ਲਾਗੂ ਹੋਵੇ। ਜਿਵੇਂ ਕਿ ਹੁਣ ਤੁਸੀਂ ਘੱਲੂ ਘਰ ਦੀ ਗੱਲ ਕਰਦੀ ਆ, ਏਦਾਂ ਦੇ ਸਿਸਟਮ ਦੇ ਨਾਲ ਜਦੋਂ ਅਸੀਂ ਜੀਵਨ ਜਾਂਚ ਨੂੰ ਇਹ ਹਿੱਸਾ ਬਣਾ ਕੇ ਵੇਖਦੇ ਹਾਂ, ਫਿਰ ਸਾਨੂੰ ਧਰਮ ਵੱਖਰਾ ਤਾਂ ਲੱਗਦਾ ਕਿ ਉਹ ਗੁਰਦੁਆਰਿਆਂ 'ਚ ਜਾਂ ਉਹ ਦੀਵਾਨਾਂ 'ਚ ਜਾਂ ਉਹ ਏਦਾਂ ਦੀ ਕਿਰਿਆ ਦੇ ਵਿੱਚ ਹੈ। ਇਹ ਧਰਮ ਨਹੀਂ ਹੈ।
ਧਰਮ ਹੈ ਜੀਵਨ ਜਾਚ ਦਾ ਉਹ ਹਿੱਸਾ ਜਿਹੜੀ ਜਾਚ ਮਨੁੱਖ ਨੂੰ ਜਿਉਣ ਤੋਂ ਲੈ ਕੇ ਮਰਨ ਤੱਕ ਸਮੁੱਚੀ ਮਾਨਵਤਾ ਦੇ ਕੰਮਾਂ ਵਿੱਚ ਸੱਚ ਜਾਂ ਸੁਚੱਜੇ ਢੰਗ ਨਾਲ ਯੋਗਦਾਨ ਪਾਉਣ ਦੀ ਹਿੰਮਤ ਅਤੇ ਅਕਲ ਦਿੰਦੀ ਹੈ। ਤੇ ਉਸੇ ਹੀ ਅਕਲ ਦੇ ਨਾਲ ਸਾਡੇ ਘੱਲੂਘਾਰੇ ਸਾਡੇ ਪੁਰਖਿਆਂ ਨੇ ਯੋਗਦਾਨ ਪਾਇਆ। ਜਿਹੜੀ ਤੁਸੀਂ ਗੱਲ ਕਰਨ ਲੱਗੇ ਹੋ ਇਹਦੇ ਬਾਰੇ ਮਾਲਕ ਸਾਨੂੰ ਹੁਕਮ ਕਰਦੇ ਨੇ, ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਹੁਣ ਜੇ ਅਸੀਂ ਇੱਥੇ ਗੱਲ ਕਰਾਂਗੇ ਕਿ ਵੱਡੇ ਘੱਲੂਘਾਰੇ ਦੇ ਵਿੱਚ ਸਿੱਖਾਂ ਨੇ ਲੜਾਈ ਲੜੀ, ਯੋਧਿਆਂ ਨੇ ਕੰਮ ਕੀਤਾ, ਇੰਨੇ ਸ਼ਹੀਦ ਹੋ ਗਏ ਨੇ, ਲੇਕਿਨ ਉਹਦੇ ਕਿਰਿਆ ਦੇ ਪਿਛੋਕੜ ਵਿੱਚ ਉਸ ਕਿਰਿਆ ਦੇ ਜੀਵਨ ਜਾਂਚ ਦੇ ਵਿੱਚ ਜਿਹੜਾ ਵੱਡਾ ਯੋਗਦਾਨ ਆ ਉਹ ਧਰਮ ਹੈ। ਤੋ ਇਹ ਗੱਲ ਨੂੰ ਸਾਨੂੰ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਕਿ ਧਰਮ ਦੀ ਗੱਲ ਕਿਤੇ ਨਹੀਂ ਕਰਨੀ ਚਾਹੀਦੀ। ਧਰਮ ਹੀ ਮਨੁੱਖੀ ਸੁਭਾਅ ਦਾ ਸਭ ਤੋਂ ਉੱਤਮ ਤੇ ਸ੍ਰੇਸ਼ਟ ਗੁਣ ਹੈ। ਉਹੀ ਮਨੁੱਖਵਾਦੀ ਹੋਣ ਦੀ ਜਾਂਚ ਦੱਸਦਾ। ਜਿਹੜਾ ਮਨੁੱਖ ਧਰਮ ਦੀ ਪ੍ਰਕਿਰਿਆ ਨੂੰ ਜੀਵਨ ਜਾਂਚ ਦਾ ਹਿੱਸਾ ਬਣਾਉਂਦਾ ਉਹੀ ਮਨੁੱਖਤਾ ਦੀ ਖਾਤਰ ਯੋਗਦਾਨ ਪਾ ਸਕਦਾ। ਧੰਨਵਾਦ ਸਰਦਾਰ ਬਹਾਦਰ। ਧੰਨਵਾਦ ਜੀ, ਬਹੁਤ ਬਹੁਤ। ਕੌਮ ਦੇ ਘੱਲੂਘਾਰਿਆਂ ਦੀ ਵੱਡਾ ਛੋਟਾ ਤੀਸਰਾ ਘੱਲੂਘਾਰਾ ਜਿਹੜਾ 1984 ਦੇ ਵਿੱਚ ਵਾਪਰਿਆ, ਉਸ ਦੀ ਗੱਲ ਸਦਾ ਹੀ ਆਪਾਂ ਕਰਦੇ ਹਾਂ। ਪਿਛਲੇ 5-4 ਸਾਲਾਂ ਦੇ ਵਿੱਚ ਬਹੁਤ ਸਿੱਖੇ ਆਪਾਂ। ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਤੇ ਖੂਨੀ ਕਾਂਡ ਜਿਹੜਾ ਵੱਡਾ ਘੱਲੂਘਾਰਾ ਹੈ, ਅੱਜ ਦੇ ਦਿਨ 5 ਫਰਵਰੀ 1762 ਨੂੰ ਅਬਦਾਲੀ ਦੇ 6ਵੇਂ ਹਮਲੇ ਦੌਰਾਨ ਹੋਇਆ। 11 ਹਮਲੇ ਅਬਦਾਲੀ ਨੇ ਭਾਰਤ ਤੇ ਕੀਤੇ ਨੇ ਤੇ ਅਖੀਰ ਫਿਰ ਜਿਹੜੀ ਡਾਂਗ ਵੀ ਫੇਰੀ ਹੈ ਉਹ ਸਿੱਖਾਂ ਨੇ ਫੇਰੀ ਹੈ ਤੇ ਉਹਦੇ ਬਾਅਦ ਉਹ ਹਮਲਾ ਕਰਨੋਂ ਹਟਿਆ। 61 ਦਾ ਜਿਹੜਾ ਉਹਦਾ 5ਵਾਂ ਹਮਲਾ ਸੀ ਨਾ, ਮਰਾਠਿਆਂ ਨੂੰ ਉਹਨੇ ਹਰਾਤਾ। 25-26 ਹਜ਼ਾਰ ਮਰਾਠਾ ਔਰਤਾਂ ਤੇ ਜਵਾਕਾਂ ਨੂੰ ਉਹਨੇ ਨਾ ਬੰਦੀ ਬਣਾ ਲਿਆ ਤੇ ਅਬਦਾਲੀ ਕਾਬਲ ਨੂੰ ਚੱਲ ਪਿਆ। ਹੁਣ ਵੇਖਿਓ ਤੁਸੀਂ ਇਹ ਸਰਬੱਤ ਦੇ ਭਲੇ ਬਰਾਬਰਤਾ ਦੀ ਗੱਲ, ਜਦ ਸਿੱਖ ਨੂੰ ਨਾ ਸੁੰਗੜਿਆ ਹੋਇਆ, ਸਿੱਖ ਨੂੰ ਫੈਨੈਟਿਕ, ਇਹ ਫੰਡਾਮੈਂਟਲਿਸਟ, ਇਹ ਪੁਰਾਤਨ ਤੇ ਜਬਲੀਆਂ ਸੁਣੀਆਂ ਨਾ ਆਪਾਂ ਬਹੁਤ, ਹਲੇ ਵੀ ਮਾਰਦੇ ਨੇ। ਸੁੰਗੜੀ ਹੋਈ ਸੋਚ ਹਲੇ ਵੀ ਸਿੱਖਾਂ ਨੂੰ ਕਹਿੰਦੇ ਨੇ। ਇਹ ਸੁੰਗੜੀ ਹੋਈ, ਖੁੱਲ ਕੇ ਖੇਲੋ, ਬਾਹਰ ਖੇਲੋ, ਥੋੜਾ ਜਿਹਾ ਓਪਨ ਹੋਵੋ। ਓਪਨ ਦਾ ਮਤਲਬ ਇਹ ਹੈ ਵੀ ਓਪਨਲੀ ਜਿਹੜੇ ਨਿਰਤ ਖਾਨੇ ਖੁੱਲਣ, ਹੁੱਕਾ ਬਾਰਾਂ ਖੁੱਲਣ ਤੇ ਆਉਣਾ। ਹੁਣ ਪਿਆਰ ਕਰਨ ਵਾਲਿਆਂ ਦਿਨ ਚ ਠਰਕ ਭੁਰੇ 10 ਦਿਨ ਪੂਰਾ ਐਨ, ਕਿਵੇਂ ਫਿਰ ਫਸੀ, ਕਿਵੇਂ ਫਸਾਈ, ਕਿਵੇਂ ਚਿੱਠੀ ਆਈ, ਕਿਵੇਂ ਗਈ ਤੇ ਕਿਵੇਂ ਮਿਲੇ, ਪਹਿਲੀ ਵਾਰ ਕੀ ਕਿਹਾ ਤੇ ਪਹਿਲੀ ਵਾਰ ਕੀ, ਤੇ ਸੁਹਾ ਕੇ ਸ਼ੱਕਰ ਸੇਵੀਆਂ, ਜਿਹੜਾ ਕੁਛ ਇਹ ਹੋਣਾ। ਸਿੱਖ ਤੋਂ ਵੱਡਾ ਖੁੱਲਾ ਜੇਰਾ ਕਿਹਦਾ ਹੋ ਸਕਦਾ? ਉਹ 25-26 ਹਜ਼ਾਰ ਮਰਾਠਣਾ ਨੂੰ ਫੜ ਕੇ ਅਬਦਾਲੀ ਚੱਲਿਆ। ਜਦ ਹੀ ਉਹਨੇ ਪੰਜਾਬ ਦੇ ਵਿੱਚ ਪੈਰ ਪਾਏ, ਸਤ ਸਿੰਧੂ ਦੇ ਵਿੱਚ ਪੈਰ ਪਾਏ, ਉਹ ਕਹਿੰਦੇ ਕਿੱਧਰ ਨੂੰ ਜਾਣ ਲਈ ਇਹਨਾਂ ਨੂੰ। ਤੇ ਘਰਾਂ ਦੇ ਜਿਹੜਾ ਵਹੀਰ ਸ਼ਬਦ ਆ, ਵਹੀਰ ਇਹ ਸੀ ਗਰੁੱਪਾਂ ਦੇ ਵਿੱਚ ਇਕੱਠ 'ਚ ਰਹਿੰਦੇ ਤੇ ਮਰਦ ਜਿਹੜੇ ਸਿੱਖ ਪਰਿਵਾਰਾਂ ਦੇ, ਉਹ ਮਰਦ ਕੋਲ ਨਹੀਂ ਸੀ ਰਹਿੰਦੇ ਬੀਬੀਆਂ ਦੇ। ਜ਼ਖਰੀਏ ਨੇ ਜਾਂ ਸਾਡੇ ਮੁੱਲ ਪਾਏ ਸਿਰਾਂ ਤੇ ਪਿੰਡ ਛੱਡ ਗਏ ਸੀ ਸਿੰਘ, ਪਰ ਉਹਦੇ ਵਿੱਚੋਂ ਹੀ ਨਵਾਬੀਆਂ ਮਿਲੀਆਂ ਹੋਈਆਂ। ਮੈਂ ਮੁੜ ਕੇ ਯਾਦ ਕਰਾਉਣਾ ਬਈ 3 ਸਾਲਾਂ ਬਾਅਦ ਬਾਬਾ ਤਾਰਾ ਸਿੰਘ ਬਾਹ ਬੁੱਟਰ ਯੋਧੇ ਨੇ ਜਾਂ ਸ਼ਹੀਦੀ ਲਈ ਵਾਂ ਪਿੰਡ ਦੇ ਵਿੱਚ 3 ਸਾਲਾਂ ਬਾਅਦ ਜ਼ਕਰੀਏ ਨੂੰ ਕਹਿੰਦੇ ਉਹ ਤੂੰ ਰਹਿਣ ਦੇ, ਇਹ ਪਿੰਡਾਂ ਦਾ ਖਖਰਾ ਨਾ ਪੰਗਾ ਪਾ, ਭੇਜਦੇ ਇਹਨਾਂ ਨੂੰ ਟਕਾ ਲਾ। ਤਾਂ ਨਵਾਬੀ ਭੇਜੀ ਜਦ ਕੌਮ ਦੇ ਮਹਾਨ ਜਥੇਦਾਰ ਬਾਬਾ ਦਰਬਾਰਾ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੀ। ਇਹ ਆ ਕਈ ਵਾਰ ਕਿਤਾਬ ਲਿਖਤੀ ਰਾਜੇ ਨੇ ਤੇ ਉਹਨੂੰ ਬੜਾ ਪ੍ਰਚਾਰਿਆ। ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ, ਉਹਦੀ ਬਲੱਡ ਲਾਈਨ ਤੇ ਉਹਦਾ ਪੜਦਾਦਾ ਬਾਬਾ ਬੁੱਢਾ ਸਿੰਘ ਉੱਥੇ 5 ਪਿਆਰਿਆਂ 'ਚ ਬੈਠਾ ਸੀ ਜਿੱਦਣ ਆਈ ਹੈ ਜਿਹੜੀ ਨਵਾਬੀ। ਤੇ ਦਾਦੇ ਸਰਾ ਚੜ੍ਹ ਸਿੰਘ ਸ਼ੁਕਰ ਚੱਕੀਏ ਨੇ ਸਰੀਰ ਤੇ ਫੱਟ ਖਾਦੇ ਨੇ ਆ ਵੱਡੇ ਘੱਲੂਘਾਰੇ। ਐਵੇਂ ਨਹੀਂ ਸਰਦਾਰੀਆਂ ਮਿਲੀਆਂ, ਐਵੇਂ ਥੋੜਾ ਵੀ ਮਿਸਲਾ ਸੀ, ਮਿਸਲਾ ਫਿਰ ਰਣਜੀਤ ਸਿੰਘ ਨੇ ਖਤਮ ਕਰਤੀਆਂ ਤੇ ਫਿਰ ਸਿੱਖ ਰਾਜ ਹੋ ਗਿਆ। ਇਉਂ ਨਹੀਂ ਹੋਈ, 4 ਪੀੜ੍ਹੀਆਂ ਤੋਂ ਗੱਲ ਚੱਲੀ ਆਈ ਹੈ। ਜਦੋਂ ਲੰਘਿਆ ਪੰਜਾਬ ਚੋਂ ਕਹਿੰਦੇ ਕਿੱਧਰ ਨੂੰ ਲਈ ਜਾਂਦਾ ਇਹਨਾਂ ਨੂੰ, ਇਹ ਅਜ਼ਮਤ ਸਾਡੇ ਦੇਸ਼ ਦੀ ਲਈ ਜਾਂਦਾ ਤੂੰ। ਲੱਕ ਤੋੜਤਾ ਅਬਦਾਲੀ ਦਾ। ਜਿਉਂ ਹੀ ਪੰਜਾਬ ਚੋਂ ਨਿਕਲਿਆ ਸਾਰੀਆਂ ਛਡਾਈਆਂ, ਛਡਾਉਣ ਤੋਂ ਬਾਅਦ ਸਾਰੀਆਂ ਘਰਾਂ 'ਚ ਭੇਜੀ। ਤਾਂ ਸਾਨੂੰ ਨਾ ਜਦ ਸਾਡੀਆਂ ਧੀਆਂ ਭੈਣਾਂ ਨਾਲ ਹੋਇਆ ਫਿਰ ਸਾਨੂੰ ਪਤਾ ਲੱਗਿਆ ਵੀ ਹੈ ਕੀ ਕਹਾਣੀ ਆ ਇਹਦੇ 'ਚ। ਜੇ ਕਹਾਵੇ ਭਾਰਤ ਦੇ ਉਹਨਾਂ ਲੋਕਾਂ ਦਾ, ਭਾਰਤ ਦੇ
ਹਿੰਦੂਆਂ ਦਾ ਜਾਂ ਹੋਰ ਜਾਤਾਂ ਦਾ ਕਸੂਰ ਨਹੀਂ ਨਹੀਂ ਨਹੀਂ, ਕਸੂਰ ਸਿਰਫ ਉਹ ਨੇ ਜਿਹੜੇ ਦਿੱਲੀ ਤਖਤ ਤੇ ਬੈਠੇ ਨੇ ਜਿਨ੍ਹਾਂ ਨੇ ਇਨੀਸ਼ੀਏਟ ਕੀਤਾ। 80% ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਵਾਪਰਿਆ। ਤੁਸੀਂ ਇੱਥੇ ਆਪਣਿਆਂ ਨੂੰ ਪੁੱਛ ਲਓ, 70% ਨੂੰ ਇਹ ਨਹੀਂ ਪਤਾ ਵੀ ਕਾਨੂੰਨ ਕਿਹੜੇ ਨੇ। ਹਾਂ, ਉਹਨਾਂ ਨੂੰ ਇਹ ਪਤਾ ਕੌਮ ਲੜ ਰਹੀ ਹੈ, ਪਿੰਡਾਂ 'ਚੋਂ ਜਾ ਰਹੀ ਹੈ, ਟਰੈਕਟ ਜਾ ਰਹੇ ਨੇ, ਅਸੀਂ ਪੈਸੇ ਭੇਜਣੇ। ਇਹ ਲੈਵਲ ਆ ਹਰ ਪਾਸੇ ਇਸ ਤਰ੍ਹਾਂ ਹੀ। ਅਮਰੀਕਾ ਵਾਲਿਆਂ ਨੂੰ 60% ਨੂੰ ਤੂੰ ਵਰਲਡ ਮੈਪ ਦਿਖਾ ਦੇ, ਜੇ ਅਮਰੀਕਾ ਦਾ ਦੇਸ਼ ਲੱਭ ਲੈਣਾ ਆਪਣਾ ਵਰਲਡ ਮੈਪ 'ਚ। ਇਹ ਦਾਅਵਾ ਮੇਰਾ। ਉਹ ਆਪਣੇ ਖੇਤਾਂ ਤੋਂ ਪਿੰਡਾਂ ਤੋਂ ਬਾਹਰ ਨਹੀਂ ਲੋਕ ਗਏ। ਜਦ ਅਬਦਾਲੀ ਨੂੰ ਲੁੱਟ ਲਿਆ, ਜਿਹੜੇ ਗੁਰਮਤਾ ਕਰਕੇ ਅਕਤੂਬਰ 1761 ਚੋਂ ਲੰਘਦਾ, ਅਕਤੂਬਰ ਦੇ ਵਿੱਚ ਗੁਰਮਤਾ ਕਰਕੇ ਨਵਾਬ ਕਪੂਰ ਸਿੰਘ ਦੀ ਅਗਵਾਈ ਦੇ ਵਿੱਚ ਲਾਹੌਰ ਦੇ ਹਾਕਮ ਅਵੈਦ ਖਾਨ ਨੂੰ ਠੋਕਤਾ ਤੇ ਲਾਹੌਰ ਤੇ ਕਬਜ਼ਾ ਕਰ ਲਿਆ। ਸਾਧ ਜੱਸਾ ਸਿੰਘ ਆਹਲੂਵਾਲੀਆ ਨੂੰ ਤਖਤ ਤੇ ਬਿਠਾ ਕੇ ਸੁਲਤਾਨ ਅਲ ਕੌਮ ਦੀ ਆਬਾਦੀ ਦੇ ਦਿੱਤੀ। ਉੱਥੇ ਫਿਰ ਕਹਾਣੀ ਇਹ ਕੀਤੀ ਵੀ ਹੁਣ ਜਿਹੜੇ ਟੌਟ ਨੇ, ਜਿਹੜੇ ਟੌਟ ਮੁੱਕੇ ਨਹੀਂ, ਨਾ ਮੁਖਬਰ ਮੁੱਕਣੇ ਨੇ, ਨਾ ਹੀ ਕੌਮ ਨੂੰ ਵੇਚਣ ਵਾਲੇ ਮੁੱਕਣੇ ਨੇ। ਉਹ ਕਹਿੰਦੇ ਵੀ ਹੁਣ ਟੌਟਾਂ ਵੱਲ ਨੂੰ ਹੋਈ, ਕਿਉਂਕਿ ਭਾਈ ਸਾਹਿਬ ਭਾਈ ਤਾਰੂ ਸਿੰਘ, ਭਾਈ ਸਾਹਿਬ ਭਾਈ ਮਹਿਤਾਬ ਸਿੰਘ ਮੀਰ ਕੋਟੀਏ ਦਾ ਜਿਹੜਾ ਉਹਦਾ ਮੇਨ ਜਿਹੜਾ ਵੱਡਾ ਕਾਤਲ ਸੀ ਉਹ ਆਕਲਦਾਸ ਨਿਰੰਜਣੀਆ ਸੀ, ਜੰਡਿਆਲੇ ਵਾਲਾ। ਮਹਿਤਾਬ ਸਿੰਘ ਮੀਰ ਕੋਟੀਏ ਦੀ ਵੀ ਜਿਹੜੀ ਸ਼ਹੀਦੀ ਉਹਦੇ ਕਰਕੇ ਹੋਈ। ਮਹਿਤਾਬ ਸਿੰਘ ਮੀਰ ਕੋਟੀਏ ਦੇ ਪਰਿਵਾਰ ਦੇ ਵਿੱਚ ਰਤਨ ਸਿੰਘ ਭੰਗੂ ਖੜੇ ਹੋਏ ਨੇ, ਜਿਹੜਾ ਨੱਥੇ ਖਹਿਰੇ ਨੇ, ਸਰਦਾਰ ਮੀਰ ਕੋਟੀਏ ਦੇ ਯਾਰ ਨੇ। ਐਰਾ ਗਹਿਰਾ ਨੱਥੂ ਖਹਿਰਾ, ਜਿਹੜਾ ਕਹਿੰਦੇ ਨੇ ਵੀ ਐਰਾ ਗਹਿਰਾ ਨੱਥੂ ਖਹਿਰਾ ਨਹੀਂ ਬਣ ਸਕਦਾ, ਉਹ ਨੱਥੂ ਖਹਿਰਾ ਸੀ ਜਿਹਨੇ ਗਾਂ ਜਿਹੜੀ ਕੌਮ ਜਿਹੜੀ ਵਧੀ, ਉਹ ਮਹਿਤਾਬ ਸਿੰਘ ਮੀਰ ਕੋਟੀਏ ਦੇ ਪੁੱਤਰ ਨੂੰ, ਤੇ ਗਾਂ ਰਤਨ ਸਿੰਘ ਭੰਗੂ ਜਿਹੜਾ ਉਹ ਪੋਤਾ ਇਸ ਪਰਿਵਾਰ ਚ ਹੋਇਆ ਮਹਿਤਾਬ ਸਿੰਘ ਮੀਰ ਕੋਟੀਏ ਦੇ। ਜਦ ਉਹਨੂੰ ਘੇਰ ਲਿਆ ਜਾ ਕੇ, ਉਹਨੇ ਆਪਣੇ ਦੂਤ ਜਿਹੜੇ ਨੇ ਅਬਦਾਲੀ ਨੂੰ ਭਜਾਤੇ। ਅਬਦਾਲੀ ਉਸ ਸਮੇਂ ਰੋਹਤਾਸ ਸੀ। ਜਦ ਅਬਦਾਲੀ ਨੂੰ ਪਤਾ ਲੱਗਿਆ ਤਾਂ ਉਹ ਪੰਜਾਬ ਨੂੰ ਚੱਲ ਪਿਆ, ਕਿਉਂਕਿ ਲੱਖ ਪਹਿਲਾਂ ਭੰਨਿਆ ਹੋਇਆ ਸੀ, ਸਾਲ ਪਹਿਲਾਂ। ਤੇ ਉਹਨੇ ਜਦ ਲਾਹੌਰ ਆਇਆ, ਲਾਹੌਰ ਤੋਂ ਉਹਨੇ ਬਾਕੀ ਲੋਕਾਂ ਨੂੰ, ਆਪਣਿਆਂ ਨੂੰ ਸੁਨੇਹਾ ਭੇਜਿਆ, ਆਪਣੇ ਸਾਰੇ ਮਲੇਰਕੋਟਲੀਆਂ ਨੂੰ, ਸਰਹੰਦ ਵਾਲਿਆਂ ਨੂੰ। ਤੇ ਇੱਧਰ ਪਤਾ ਲੱਗ ਗਿਆ ਖਾਲਸੇ ਨੂੰ ਵੀ ਅਬਦਾਲੀ ਤੁਰ ਪਿਆ। ਇਹਨਾਂ ਨੇ ਘੇਰਾ ਛੱਡ ਕੇ ਆਪਣੇ ਟੱਬਰ ਨੇ ਜਿਹੜੇ ਉਹ ਸਤਲੁਜ ਚ ਪਾਤੇ ਤੇ ਕੁੱਪ ਦੇ ਕੋਲ ਵਹੀਰ ਆ ਕੇ ਜਿਹੜਾ ਉਹ ਰੋਕਿਆ। ਇਹ 50,000 ਟੋਟਲ ਕੌਮ ਸੀ, 50,000 ਦਾ ਵਹੀਰ ਸੀ। ਮੈਂ ਫੌਜ 50,000 ਕਹਿਣਾ, 50,000 ਇਹ ਵਹੀਰ ਦੇ ਵਿੱਚ ਔਰਤ, ਬੱਚੇ ਤੇ ਬਿਰਧ ਜਿਹੜੇ ਉਹ ਵਹੀਰ ਦੇ ਵਿੱਚ। ਉਹਨਾਂ ਨੂੰ ਇਹ ਸੀ ਆਏ ਕਿਉਂ ਟੱਪ ਕੇ ਬਈ ਛੇਤੀ ਬਰਨਾਲੇ ਨੂੰ ਚੱਲੀਏ, ਬਰਨਾਲੇ ਆਲਾ ਸਿਓ ਬੈਠਾ ਸਾਡਾ, ਜਿਹੜਾ ਜਦ ਸਿੱਖਾਂ ਨੂੰ ਲਿਖਦਾ ਸਰਦਾਰ ਆਲਾ ਸਿੰਘ ਲਿਖਦਾ, ਤਾਂ ਜੇ ਦਿੱਲੀ ਨੂੰ ਲਿਖਦਾ ਤਾਂ ਸੁਲਤਾਨ ਆਲਾ ਸ਼ਾਹ ਲਿਖਦਾ। ਉਹਦੇ ਅੱਡ ਅੱਡ ਦੋ ਅਲੱਗ ਉਹਦੀਆਂ ਮੋਹਰਾਂ ਸੀ, ਜਿਹਦਾ ਟੱਬਰ ਹੁਣ ਰਾਜ ਕਰਦਾ ਪੰਜਾਬ ਤੇ। ਇਹ ਮਿਲੀ ਵੀ 6ਵੇਂ ਪਾਤਸ਼ਾਹ ਤੋਂ ਹੋਈ ਆ। 7ਵੇਂ ਪਾਤਸ਼ਾਹ ਨੇ ਵੀ ਦਿੱਤੀ, 6ਵੇਂ ਪਾਤਸ਼ਾਹ ਨੇ ਜਿਹੜਾ ਥਾਪੜਾ ਦਿੱਤਾ, ਇਹਦੇ ਚ ਸਰਦਾਰ ਸਾਰੇ ਭਸੌੜੀਏ ਹੋ ਗਏ, ਮਲੇਰਕੋਟਲੀ ਆਪਣੇ ਮਲੌਦੀਏ ਹੋ ਗਏ, ਸਭ ਇਹਦੇ ਚ ਜੀਂਦ ਵਾਲੇ ਸਭ ਇਹਦੇ ਚ ਹੋਏ ਨੇ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਪਾਤਸ਼ਾਹ ਵੀ ਦੁਆਰਾ ਮਹਾਰਾਜ ਗਏ ਨੇ 6ਵੇਂ ਪਾਤਸ਼ਾਹ ਤੋਂ ਬਾਅਦ। ਉਹਨਾਂ ਨੇ ਵੀ ਜਾ ਕੇ ਕਿਹਾ ਜਾ ਗੁਰਮੁਖੋ ਕਰੋ ਮੌਜਾਂ। ਹਾਂ, ਪੁਰਖਿਆਂ ਨੇ ਵੀ ਬਹੁਤ, ਭਾਈ ਤਲੋਕੇ ਉਹਨਾਂ ਨੇ ਕੰਮ ਵੀ ਕੀਤਾ। ਉਹਨਾਂ ਨੇ ਸਾਡੀ ਚਮਕੌਰ ਦੇ ਜੰਗ ਦੇ ਵਿੱਚ ਸ਼ਹੀਦ ਹੋਏ ਯੋਧਿਆਂ ਦਾ ਸੰਸਕਾਰ ਕਰਨ ਲਈ ਵੀ ਇਹੀ ਚੌਧਰੀ ਇਹਨਾਂ ਦੇ ਵੱਡੇ ਵਡੇਰੇ ਗਏ। ਤੇ ਉਹਨਾਂ ਨੂੰ ਇਹ ਸੀ ਵੀ ਬਰਨਾਲੇ ਨੂੰ ਚੱਲੀਏ, ਗਾਹਾਂ ਬਰਨਾਲੇ ਵਾਲੇ ਕਿਲੇ 'ਚ ਬਾਬਾ ਆਲਾ ਬੈਠਾ। ਉਧਰੋਂ ਆਲੇ ਨੂੰ ਪਤਾ ਲੱਗ ਗਿਆ ਵੀ ਅਬਦਾਲੀ ਚੜਿਆ ਆ, ਉਹਨੇ ਹੌਲੀ ਦੇ ਕੇ ਚੱਕੀਆਂ ਆਪਣੀਆਂ ਘੋੜੀਆਂ, ਉਹ ਜਿਹੜਾ ਉਹ ਬਰਨਾਲਾ ਛੱਡ ਗਿਆ। ਅਬਦਾਲੀ ਦੇ ਹੁਕਮ ਨਾਲ ਮਲੇਰਕੋਟ ਦਾ ਨਵਾਬ ਜਿਹੜਾ ਭੀਖਣ ਸ਼ਾਹ, ਸਰਹੰਦ ਵਾਲਾ ਜੈਨ ਖਾਂ, ਉਹਨਾਂ ਨੇ ਪਹਿਲਾਂ ਘੇਰਾ ਪਾ ਲਿਆ। ਅਬਦਾਲੀ ਜਦ ਸਿੱਖਾਂ ਤੇ ਨੂੰ ਜਦ ਉਹਨੂੰ ਪਤਾ ਲੱਗਿਆ ਵੀ ਇੱਥੇ ਇੱਕ ਨੇ, ਤਾਂ 5 ਫਰਵਰੀ 1762 ਦੀ ਸਵੇਰ ਦੀ ਟਿੱਕੀ ਚੰਨ ਤੇ ਅਬਦਾਲੀ ਨੇ ਦਲ ਖਾਲਸੇ ਤੇ ਬਹੁਤ ਕਹਿਰੀ ਹਮਲਾ ਕੀਤਾ। ਅੱਧੀ ਫੌਜ ਉਹਨੇ ਆਪ ਰੱਖ ਲਈ, ਅੱਧੀ ਆਪਣੇ ਵਜ਼ੀਰ ਸ਼ਾਹ ਵਾਲੀ ਖਾਨ ਨੂੰ ਦੇ ਕੇ ਜੈਨ ਖਾਨ, ਭੀਖਣ ਖਾਨ, ਦੀਵਾਨ ਲక్ష్ਮੀ ਨਾਰਾਇਣ ਸਿੱਖਾਂ ਦੇ ਵਹੀਰ ਤੇ ਹਮਲਾ ਕਰਨ ਲਈ। ਦੇਖੋ ਇਹਨੂੰ ਸਮਝੋ, ਦੋ ਅੱਜ ਜਗ੍ਹਾ ਵਹੀਰ ਸਿੱਖਾਂ ਦਾ ਅੱਡ ਹੈ, ਇੱਕ ਜਗ੍ਹਾ ਬੈਠਾ। ਇਤਿਹਾਸਕਾਰ ਲਿਖਦੇ ਨੇ ਵਹੀਰ ਜਿਹੜਾ ਰਹੀੜੇ ਤੋਂ ਸਿੱਧਾ ਜੇ ਅਸੀਂ ਆਉਨੇ ਆ, ਮੇਰੇ ਪਿੰਡ ਨੇ ਬਿਲਕੁਲ ਡੇਲੋ ਤੋਂ ਥੱਲੇ ਗੁਰਮ ਪਿੰਡ ਹੈ, ਜਿੱਥੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਜਨਮ ਦਿਨ ਦੀ ਵੀ
ਜਨਮ ਸਥਾਨ ਦੀ ਗੱਲ ਇੱਕ ਇੱਥੇ, ਇੱਕ ਗੁਰਮ ਅੰਮ੍ਰਿਤਸਰ ਸਾਹਿਬ 'ਚ ਇਹਦੀ ਗੱਲ ਕੀਤੀ ਜਾਂਦੀ ਹੈ। ਦੋਨੇ ਪਿੰਡ ਕਹਿੰਦੇ ਆ। ਵਹੀਰ ਉੱਥੇ ਬੈਠਾ ਸੀ, ਫੌਜ ਆ ਜਿਹੜੀ ਉਹ ਬੈਠੀ ਸੀ ਬਿਲਕੁਲ ਕੋਪਰ ਹੀਲ ਤੇ। ਜਦ 50,000 ਦੇ ਕਰੀਬ ਅੱਧੀ ਫੌਜ ਅਬਦਾਲੀ ਦੀ ਉਸ ਪਿੰਡ 'ਚ ਵਹੀਰ ਨੂੰ ਪਈ ਤਾਂ ਅੱਧੀ ਫੌਜ ਉੱਥੋਂ ਵਾਪਸ ਗੁਰਮਾ ਨੂੰ ਭੇਜੀ। ਇਹ ਜਿਹੜਾ ਸੋਹਣ ਸਿੰਘ ਸੀਤਲ ਨੇ ਇਉਂ ਲਿਖਿਆ। ਅੱਛਾ, ਜਦ ਹੁਣ ਵਹੀਰ ਨੂੰ ਚਾਰੇ ਪਾਸਿਓਂ ਫੌਜ ਨੇ ਘੇਰ ਲਿਆ ਤੇ ਜਿਹੜਾ ਦੁਸ਼ਮਣ ਆ ਵਹੀਰ ਨੂੰ ਤੋੜ ਕੇ ਬੱਚਿਆਂ ਤੱਕ ਪਹੁੰਚਣਾ ਚਾਹੁੰਦਾ ਹੈ, ਮਾਪਿਆਂ ਤੱਕ ਪਹੁੰਚਣਾ ਚਾਹੁੰਦਾ ਹੈ, ਸਾਡੀਆਂ ਸਰਦਾਰੀਆਂ ਤੱਕ ਪਹੁੰਚਣਾ ਚਾਹੁੰਦਾ। ਤੇ ਗੁਰੂ ਸਾਹਿਬ ਦੇ ਬੀੜ ਵਾਲਾ ਜਿਹੜਾ ਹੈ ਉਹ ਪਾਲਕੀ ਸਾਹਿਬ ਵੀ ਉੱਥੇ, ਜਿਹ 'ਚ ਦੋਨੇ ਬੀੜਾਂ ਜਿਹੜੀਆਂ ਨੇ ਉੱਥੇ ਨੇ। ਇਹਦੇ 'ਚ ਸਾਰੀਆਂ ਮਿਸਲਾਂ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀ ਦੀ ਕਮਾਨ ਹੇਠ ਜਿਹੜਾ ਲੜ ਰਹੇ ਸੀ, ਜਥੇਦਾਰ ਗੇਪਾ ਤੇ ਹੋਰ ਸਾਰੇ। ਉਹਦੇ ਨਾਮਵਰ ਜਰਨੈਲ ਅਹਿਮਦ ਸ਼ਾਹ ਦੇ ਜਿਹੜੇ ਸੀ ਜਹਾਨ ਖਾਨ, ਸਰਬਲੰਦ ਖਾਂ, ਉਹਨਾਂ ਨੇ ਸਿੱਖਾਂ ਤੇ ਅੱਜ ਹਮਲਾ ਕੀਤਾ। ਸ਼ਾਹ ਵਲੀ ਖਾਨ ਨੇ, ਵਜ਼ੀਰ ਨੇ ਵਹੀਰ ਦਾ ਬਹੁਤ ਨੁਕਸਾਨ ਕੀਤਾ। ਹਜ਼ਾਰਾਂ ਹੀ ਬਿਰਧ ਔਰਤ ਸਾਡੇ ਜਵਾਕ ਜਿਹੜੇ ਸ਼ਹੀਦ ਹੋਏ, ਹਜ਼ਾਰਾਂ ਹੀ ਬੰਦੀ ਬਣਾ ਦਿੱਤੇ। ਜੱਸਾ ਸਿੰਘ, ਸ਼ਾਨ ਸਿੰਘ, ਕਰੋੜਾ ਸਿੰਘ, ਨਾਥ ਸਿੰਘ, ਕਰਮ ਸਿੰਘ ਨੂੰ ਜੱਸਾ ਆਹਲੂਵਾਲੀਆਂ ਨੇ ਚਾਰੇ ਸਿੰਘ ਜਿਹੜੇ ਵਾਪਸ ਵਹੀਰ ਵੱਲ ਨੂੰ ਭੇਜੇ। ਸਿੱਖਾਂ ਨੇ ਬੰਦੀ ਛਡਾ ਲਏ। ਸ਼ਾਹ ਵਲੀ ਫੌਜ ਦਾ ਫੇਰ ਨੁਕਸਾਨ ਕੀਤਾ। ਵਜ਼ੀਰ ਪਿੱਛੇ ਹਟ ਗਿਆ। ਚਰ ਸਿੰਘ ਦੇ ਹੱਥੋਂ ਸਰਬਲੰਦ ਖਾਨ ਤੇ ਜੱਸਾ ਸਿੰਘ ਹੱਥੋਂ ਸੈਨਾਪਤੀ ਜਹਾਨ ਖਾਨ ਜ਼ਖਮੀ ਹੋ। ਅਬਦਾਲੀ ਤੇਜ ਬਹੁਤ ਆਇਆ, ਲਾਹੌਰ ਵੱਡੀਆਂ ਤੋਪਾਂ ਛੱਡਿਆ, ਛੋਟੀਆਂ ਤੋਪਾਂ ਉਹ ਲੈ ਆਇਆ। ਸਭ ਤੋਂ ਵੱਧ ਸ਼ਹੀਦੀ ਜਿਹੜੀ ਸਿੰਘਾਂ ਦੀ ਹੋਈ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਆਲੇ ਦੁਆਲੇ ਹੋਈ ਹੈ, ਜਿੱਥੇ ਗੁਰੂ ਸਾਹਿਬ ਜਿਹੜੇ ਸਵੇਮਾਨ ਸੀ, ਦੋਨੇ ਬੀੜਾਂ ਅੰਮ੍ਰਿਤਸਰ ਤੇ ਦੰਦਵਾ ਸਾਹਿਬ ਵਾਲੀਆਂ ਬੀੜਾਂ ਇੱਥੇ ਹੀ ਗੁੰਮ ਹੋਈਆਂ। ਤੇ ਸਰਦਾਰ ਚੰਦ ਸਿੰਘ ਸ਼ੁਕਰ ਚੱਕੀਏ ਨੇ, ਬਾਬਾ ਜੀ ਮਹਾਰਾਜ ਰਣਜੀਤ ਸਿੰਘ ਨੇ ਸਭ ਤੋਂ ਵੱਧ ਇਸ ਤੇ ਕੰਮ ਕੀਤਾ। ਇਸ ਤਰ੍ਹਾਂ ਫਿਰ ਵਹੀਰ ਨੂੰ ਬਚਾਉਂਦੇ ਤੇ ਉਧਰੋਂ ਫਿਰ ਦੇ ਨਾਲ ਹੀ ਤੁਰ ਰਹੇ ਨੇ, ਨਾਲ ਹੀ ਲੜ ਰਹੇ, ਤੁਰ ਰਹੇ ਨੇ, ਲੜ ਰਹੇ ਨੇ, ਲੜ ਰਹੇ ਨੇ, ਤੁਰ ਰਹੇ ਨੇ। ਆਥਣ ਤੱਕ ਕੁਤਬੇ ਤੇ ਬਾਹਮਣੀਆਂ ਪਿੰਡ ਦੇ ਨੇੜੇ ਸਿੰਘਾਂ ਦਾ ਘੇਰਾ ਟੁੱਟ ਗਿਆ। ਇੱਥੇ ਸਭ ਤੋਂ ਵੱਧ ਨੁਕਸਾਨ ਹੋਇਆ। ਇਹਨਾਂ ਪਿੰਡਾਂ ਦੇ ਹਲੇ ਲੋਕ ਦੱਸਦੇ, ਕਹਿੰਦੇ ਹਲੇ ਵੀ ਹੱਥ ਕਿਤੇ ਡੂੰਘਾ ਅਸੀਂ ਕਰਦੇ ਹਾਂ। ਸ੍ਰੀ ਸਾਹਿਬ ਦੇ ਵਿੱਚੇ ਹੱਥ ਪਏ, ਸਣੇ ਸ੍ਰੀ ਸਾਹਿਬਾਂ ਤੇ ਹੱਥ ਨਿਕਲਦੇ ਆ, ਮਤਲਬ ਹੱਡੀਆਂ ਤੇ ਸ੍ਰੀ ਸਾਹਿਬ। ਹਜ਼ਾਰਾਂ ਦੀ ਗਿਣਤੀ ਸਾਡੇ ਬੱਚੇ ਤੇ ਇਸਤਰੀਆਂ ਇਸ ਪਿੰਡ ਕੁਤਬੇ ਤੇ ਦੇਰ ਦੇ ਆਲੇ ਦੁਆਲੇ ਦੇ ਇਹਨਾਂ ਬਾਹਮਣੀਆਂ ਪਿੰਡਾਂ 'ਚ ਹੋਏ। ਇੱਥੇ ਢਾਬ ਸੀ ਜਿਹੜੀ 1970 ਤੱਕ ਇਹ ਢਾਬ ਰਹੀ ਹੈ। ਇਸ ਢਾਬ ਤੇ ਫਿਰ ਸਿੰਘਾਂ ਨੇ ਕਬਜ਼ਾ ਕੀਤਾ, ਕਿਉਂਕਿ ਪਿਤਾ ਨੇ ਕਦੇ ਮੁਕਤਸਰ ਦੀ ਖਦਰਾਣੇ ਦੀ ਢਾਬ ਤੇ ਜਿਹੜਾ ਉਹ ਕਬਜ਼ਾ ਕਰਕੇ ਦੁਸ਼ਮਣ ਹਰਾਇਆ ਸੀ। 48 ਘੰਟੇ ਲੰਘ ਗਏ ਤੇ ਪਿਛਲੇ ਫੌਜਾਂ ਜਿਹੜੀਆਂ ਲਗਾਤਾਰ ਚੱਲ ਰਹੀਆਂ, 10 ਘੰਟੇ ਤੋਂ ਲੜ ਰਹੀਆਂ ਤੇ ਵਹੀਰ ਪਾਣੀ ਪੀ ਕੇ ਤੁਰ ਗਿਆ ਤੇ ਸਿੱਖਾਂ ਨੇ ਦਰਾਨੀਆਂ ਨੂੰ ਪਾਣੀ ਦੇ ਨੇੜੇ ਨਾ ਆਉਣ। ਸਿੱਖ ਪੀ ਕੇ ਵਹੀਰ ਦੇ ਮਗਰ ਤੁਰ ਪਏ। ਵਹੀਰ ਅੱਗੇ ਸੀ, ਦਰਾਨੀ ਫੌਜਾਂ ਜਿਹੜੀਆਂ ਬਹੁਤ ਪਿਆਸ ਨਾਲ ਔਖੀਆਂ ਸੀ, ਉਹ ਪਾਣੀ ਤੇ ਜਦੋਂ ਪਾਣੀ ਪੀਣ ਲੱਗੇ ਜਾਨੂੰ ਸਿੰਘ ਅਗਲੇ ਪਿੰਡਾਂ 'ਚ ਬਰਨਾਲੇ ਵਾਲੇ ਪਾਸੇ ਨੂੰ ਤੁਰ ਗਏ। ਬਰਨਾਲੇ ਤੱਕ ਅਬਦਾਲੀ ਨੇ ਪਿੱਛਾ ਕੀਤਾ, ਹਨੇਰਾ ਹੋ ਗਿਆ। ਸਿੱਖ ਬਸੋਂ ਵਾਲੇ ਪਿੰਡਾਂ 'ਚ ਆ ਕੇ ਰੁਕ ਗਏ। ਇੱਥੋਂ ਕੋਟਕਪੂਰੇ, ਲੱਖੀ ਜੰਗਲ ਤੇ ਫਰੀਦਕੋਟ ਨੂੰ ਸਿੱਖ ਨਿਕਲ ਗਏ। ਕੁੱਪ ਤੋਂ ਲੈ ਕੇ ਬਰਨਾਲੇ ਤੱਕ ਵਿੱਚੋਂ ਵਿੱਚ ਘੱਟੋ ਘੱਟ 16-17 ਕਿਲੋਮੀਟਰ ਲਾਸ਼ਾਂ ਹੀ ਲਾਸ਼ਾਂ ਕਹਿੰਦੇ। ਸਿੱਖਾਂ ਦਾ ਅੱਗੇ ਕਦੇ ਵੀ ਇੰਨਾ ਨੁਕਸਾਨ ਇੱਕ ਦਿਨ 'ਚ ਨਹੀਂ ਹੋਇਆ ਜਿੰਨਾ ਇਸ ਉਹਦੇ ਵਿੱਚ ਹੋਇਆ। 50,000 ਦੀ ਫੌਜ ਸੀ ਉਹਨਾਂ ਦੀ, ਅਬਦਾਲੀ ਦੀ 2 ਲੱਖ ਦੀ ਫੌਜ ਸੀ। ਅਬਦਾਲੀ ਦੀ ਮਦਦ ਤੇ ਪੰਜਾਬ ਦੇ ਫੌਜਦਾਰ ਚੌਧਰੀਆਂ ਦੀ ਨਾਲ ਜਿਹੜੀ ਫੌਜ ਸੀ, ਆਲਾ ਸਿੰਘ ਤੇ ਉਮੀਦ ਸੀ ਪਰ ਉਹਨੇ ਮਦਦ ਨਾ ਕੀਤੀ। ਦੋਨੇ ਪਾਸਿਓਂ ਨੁਕਸਾਨ, 10-12 ਹਜ਼ਾਰ ਸਿੱਖ ਸ਼ਹੀਦ ਹੋਏ, ਇੰਨੇ ਹੀ ਦਰਾਨੀ ਹੋਏ। ਸਿੱਖਾਂ ਦੇ ਬਾਲ ਬੱਚੇ ਤੇ ਔਰਤਾਂ 20,000 ਦੇ ਕਰੀਬ ਕਤਲ ਹੋਏ। ਸਿੱਖਾਂ ਦਾ ਟੋਟਲ 32 ਤੋਂ 34,000 35,000 ਤੱਕ ਲੱਖ ਦੇ ਵਿੱਚੋਂ ਇੱਕ ਦਿਨ ਦੀ ਸ਼ਹੀਦੀ ਹੈ। ਸਮਾਨ ਸਾਰਾ ਲੁੱਟਿਆ ਗਿਆ। ਬੀੜਾਂ ਦੋਨੇ ਦੰਦਵਾ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਵਾਲੀਆਂ ਅਬਦਾਲੀ ਦੇ ਹੱਥ ਅਗੇ ਨਸ਼ਟ ਕਰਤੀਆਂ। ਤਾਂ ਜੱਸਾ ਸਿੰਘ, ਚੜ੍ਹ ਸਿੰਘ, ਸ਼ਾਮ ਸਿੰਘ ਸਰਦਾਰਾਂ ਦੇ 30-30 40-40 ਫੱਟ ਨੇ ਸਰੀਰ ਤੇ। ਗੱਭੇ ਘੇਰੇ ਦੇ ਵਿੱਚ ਲੜ ਰਹੇ ਨੇ ਸਰਦਾਰ ਆਹਲੂਵਾਲੀਆ ਤੇ ਸਰਦਾਰ ਸ਼ੁਕਰ ਚੱਕੀਆ, ਜਦਰ ਗੇਬਾ ਵੀ ਇਹਦੇ 'ਚ। ਹੁਣ ਅੱਗੇ ਵੇਖੋ ਕੌਮ ਦੀ ਜਿਹੜੀ ਕਹਾਣੀ ਹੈ। ਇੱਥੋਂ ਅਬਦਾਲੀ ਗੁੱਸੇ ਨਾਲ ਗਿਆ ਤੇ ਉਹਨੇ ਦਰਬਾਰ ਸਾਹਿਬ ਦੀਆਂ ਨੀਹਾਂ 'ਚ ਬਰੂਦ ਰੱਖ ਕੇ ਉਹਨੂੰ ਮੁੱਢੇ ਉਡਾਤਾ। ਇੱਥੋਂ ਹੀ ਜਿਹੜੀ ਇੱਟਾਂ ਨੱਕ ਤੇ ਵੱਜੀ ਹੈ।
9-10 ਮਹੀਨੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ, ਫਰਵਰੀ ਦੇ ਵਿੱਚ ਸਿੱਖਾਂ ਨੇ 5-6 ਮਹੀਨੇ ਮਾਲਵੇ 'ਚ ਕੱਢੇ, ਜ਼ਖਮ ਹਰੇ ਹੋ ਗਏ। ਜਰਾ ਕਾਠਰੇ ਦਾ ਅਬਦਾਲੀ ਤੋਂ ਬਦਲਾ ਲੈਣ ਦਾ ਗੁਰਮਤਾ ਕਰ ਲਿਆ ਵੀ ਕਾਇਮ ਹੋਏ। ਮਈ ਦੇ ਵਿੱਚ, ਫਰਵਰੀ ਤੋਂ ਲੈ ਕੇ ਚੌਥੇ ਮਹੀਨੇ ਸਰਹੰਦ ਘੇਰ ਲਈ ਜਾ। ਜੈਨ ਖਾਨ ਨੇ ਮੁਕਾਬਲਾ ਨਹੀਂ ਕੀਤਾ, 50,000 ਦੇ ਕੇ ਨਜ਼ਰਾਨਾ ਰਾਜੀਨਾਮਾ ਕਰ ਲਿਆ। ਨੇੜਿਓਂ ਦੂਰਿਓਂ ਹਥਿਆਰ ਗੋਲੀ ਸਿੱਖਾ ਕਰਕੇ ਇਕੱਠਾ ਅੰਮ੍ਰਿਤਸਰ ਨੂੰ ਕੂਚ ਕਰ ਗਿਆ। ਸਭ ਤੋਂ ਵੱਡਾ ਅੱਜ ਤੱਕ ਦੀ ਸਿੱਖ ਉਸ ਸਮੇਂ ਦਾ ਸਭ ਤੋਂ ਵੱਡਾ ਦੀਵਾਲੀ ਤੇ ਇਕੱਠ ਸਿੱਖਾਂ ਨੇ ਕੀਤਾ। ਜਦ ਦੇਖਿਆ ਆਪਣਾ ਹਰਮੰਦਰ ਢਾਇਆ ਪਿਆ, ਸਰੋਵਰ ਪੂਰਿਆ ਪਿਆ, ਇੱਟਾਂ ਤੇ ਮਿੱਟੀ ਤੇ ਗਾਰਾ ਸਾਰਾ ਪਾਸੇ ਆ, ਉੱਥੇ ਜਿਹੜਾ ਜਾ ਕੇ ਪਹਿਲੀ ਦੀਵਾਲੀ ਕਹਿੰਦੇ ਕੋਈ ਜੇ ਤੁਰ ਸਕਦਾ ਸੀ, ਕੋਈ ਰੀਂਗ ਸਕਦਾ ਸੀ, ਜਿਹਦੇ ਹੱਥ ਪੈਰ ਮਾਸ ਲੱਗਿਆ ਸੀ, ਸਿੱਖ ਹਰ ਦੀਵਾਲੀ ਨੂੰ ਉਸ ਤੇ ਪਹੁੰਚਿਆ। 60,000 ਦੇ ਕਰੀਬ। ਅਬਦਾਲੀ ਬੈਠਾ ਹੈ ਲਾਹੌਰ 'ਚ, ਉਹਨੇ ਦੇਖਿਆ ਵੀ ਇਹ ਨਹੀਂ ਮੇਰੇ ਤੇ ਜਿੱਤ ਹੋਣਾ। ਉਹਨੇ ਸੁਲ੍ਹਾ ਕਰਨ ਲਈ ਦੂਤ ਭੇਜੇ। ਦੂਤਾਂ ਦਾ ਉਹ ਬੜਾਂਗਾ ਕੀਤਾ ਸਿੱਖਾਂ ਨੇ। ਉਹ ਕਹਿੰਦੇ ਵੀ ਅਸੀਂ ਦਰਬਾਰ ਸਾਹਿਬ ਦੇ ਮਲਬੇ ਤੇ ਖੜ ਕੇ ਸਮਝੌਤੇ ਨਹੀਂ ਕਰਦੇ। ਦੀਵਾਲੀ ਦਾ ਦਿਨ ਆ ਗਿਆ 17 ਅਕਤੂਬਰ ਨੂੰ 1762 ਨੂੰ। 8 ਮਹੀਨਿਆਂ ਬਾਅਦ ਕੌਮ ਫੇਰ ਤਿਆਰ ਹੈ ਤੇ ਕੌਮ ਨੇ ਉਦੋਂ ਸੂਰਜ ਗ੍ਰਹਿਣ ਸੀ, ਦਿਨੇ ਹੀ ਹਨੇਰਾ ਸੀ। ਕਹਿੰਦੇ ਅਬਦਾਲੀ ਦੀਆਂ ਫੌਜਾਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਹੋ ਗਈਆਂ, ਆ ਗਈਆਂ। ਸਿੱਖਾਂ ਨੇ ਗੁੱਸਾ ਬਹੁਤ ਸੀ ਦਰਬਾਰ ਸਾਹਿਬ ਦਾ, ਉਹ ਆਹੂ ਅਬਦਾਲੀ ਦੀ ਫੌਜ ਦੇ ਲਾਏ ਆਥਣ ਹੋ ਗਿਆ। ਦੂਜੇ ਦਿਨ ਚੜਿਆ, ਅਬਦਾਲੀ ਲੱਭਿਆ ਨਾ। ਅਬਦਾਲੀ ਲਾਹੌਰ ਵੀ ਛੱਡ ਕੇ ਕਾਬਲ ਉੱਪਰ। ਇੱਕ ਦਿਨ ਕੱਲਾ ਇੱਕ ਘੋੜਸਵਾਰ ਸੀ, ਉਹ ਕਹਿੰਦੇ ਕਿਸੇ ਕਮਾਦ ਦੇ ਖੂੰਜੇ ਦੇ ਵਿੱਚ ਬੈਠਾ ਅਬਦਾਲੀ ਸੁੱਖਾ ਆਪਣਾ ਜਿਹੜਾ ਹੁੱਕਾ ਗੁੜਗੜਾ ਰਿਹਾ ਸੀ। ਬਿਜਲੀ ਵਾਂਗੂ ਕਹਿੰਦੇ ਕਮਾਦ ਦੇ ਉਹਲਿਓਂ ਇੱਕ ਸਿੱਖ ਜਰਨੈਲ ਨਿਕਲਿਆ ਘੋੜੇ ਤੇ, ਹੱਥ ਦੇ ਵਿੱਚ ਖੰਡਾ, ਤੇ ਜਿਉਂ ਅਬਦਾਲੀ ਵੱਲ ਨੂੰ ਵਧਿਆ, ਮਤਲਬ ਥੋੜਾ ਜਿਹਾ ਫਰਕ ਰਹਿ ਗਿਆ, ਅਬਦਾਲੀ ਦੇ ਅੰਗ ਰੱਖਿਆ ਕਿ ਉਹਨੂੰ ਸ਼ਹੀਦ ਕੀਤਾ। ਇਹ ਚੀਜ਼ ਦੇ ਕਹਿੰਦੇ ਅਬਦਾਲੀ ਦੇ ਦਿਲ ਤੇ ਇੰਨਾ ਅਸਰ ਕੀਤਾ। 12 ਦਸੰਬਰ 1762 ਨੂੰ 2 ਮਹੀਨੇ ਬਾਅਦ ਲਾਹੌਰ ਛੱਡ ਕੇ ਅੱਧੀ ਕੌਮ ਸ਼ਹੀਦ ਕਰਕੇ 10 ਮਹੀਨਿਆਂ ਬਾਅਦ ਅਬਦਾਲੀ ਦੇ ਪੈਰ ਪੱਟ ਤੇ ਲਾਹੌਰੋਂ ਅਬਦਾਲੀ ਕਾਬਲ ਨੂੰ ਤੁਰ ਪਿਆ। ਉਧਰ ਜਦ ਰਾਵੀ ਉਹਨੇ ਪਾਰ ਕੀਤੀ, ਜਿਹੜੀ ਫੌਜ ਪਿੱਛੇ ਰਹਿੰਦੀ ਸੀ, ਜਿਹੜੇ ਲਾਹੌਰ ਸੀ, ਉਹਨਾਂ ਦਾ ਉਹ ਹਾਲ ਕੀਤਾ ਸਿੱਖਾਂ ਨੇ। ਬੰਨ ਕੇ ਉਹਦੀਆਂ ਫੌਜ ਦੀਆਂ ਮੁਸ਼ਕਾਂ, ਦੀਵਾਲੀ ਜਦ ਆਪ ਟੱਪ ਗਿਆ, ਉਰਲੇ ਕੰਢ ਤੋਂ ਲਿਆ ਕੇ ਮੁਸ਼ਕਾਂ ਬੰਨ ਕੇ ਘੱਟੋ ਘੱਟ 5 ਤੋਂ 7 ਹਜ਼ਾਰ ਉਹਦੇ ਸਿਪਾਹੀ ਲਿਆ ਕੇ ਦਰਬਾਰ ਸਾਹਿਬ ਲਿਆਂਦੇ। ਕਹਿੰਦੇ ਕੱਢੋ, ਕਰੋ ਸਾਫ਼ ਸਨਦ ਜਿਹੜਾ ਸਰੋਵਰ। ਹੱਥੀਂ ਉਹਦੀ ਫੌਜ ਤੋਂ ਸਿੱਖਾਂ ਨੇ ਸਾਰਾ ਕੂੜਾ ਕਰਕਟ ਚੁਕਾ ਕੇ ਉਸ ਤੋਂ ਬਾਅਦ ਦਰਬਾਰ ਸਾਹਿਬ ਨੂੰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਹ ਆ ਵੱਡਾ ਘੱਲੂਘਾਰਾ ਸਾਡਾ। ਵਪਾਰਕ ਸੰਦੇਸ਼, ਤੁਹਾਡੀ ਕੋਈ ਗੱਲਬਾਤ ਤੁਸੀਂ ਕਰਨੀ ਹੋ 1844 247 1550 ਤੁਸੀਂ ਗੱਲਬਾਤ ਕਰ ਸਕਦੇ ਹੋ। ਸਰ ਜਗਮੇਲ ਸਿੰਘ ਜੀ, ਲਾਈਨ ਨੰਬਰ 2। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਘੱਲੂਘਾਰੇ ਦੀ ਯਾਦ ਦਿਲਾ ਕੇ ਫਿਲਮ ਵਾਂਗੂ ਦਿਖਾਤੇ ਕਿ ਸਿੰਘਾਂ ਨੇ ਕਿਹੜੇ ਕਿਹੜੇ ਮਾਰ ਕੇ ਤਾਂ ਅੱਜ ਵੀ ਮਾਰ ਰਹੇ ਨੇ, ਇਹਨੂੰ ਪਹਿਲਾਂ ਵੀ ਮਾਰਦੇ ਰਹੇ ਸੀ ਉਹਦੇ ਵਿਚਾਲੇ, ਲੇਕਿਨ ਉਹਨੂੰ ਯਾਦ ਘੱਟ ਰੱਖਿਆ ਸਾਡੀ ਕੌਮ ਨੇ। ਚੰਗੀ ਗੱਲ ਹੈ, ਤੁਸੀਂ ਜੇ ਸੇਵਾ ਤੇ ਲੱਗੇ ਹੋ ਇਸ ਬਾਈਕ ਤੇ ਬਹਿ ਕੇ, ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਯਾਦ ਕਰਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖੇ। ਤੇ ਹੁਣ ਮੈਂ ਕਿਸਾਨ ਮੋਰਚੇ ਤੇ ਆਉਣਾ ਹੈ, ਇਜਾਜ਼ਤ ਹੈ? ਹਾਂਜੀ ਹਾਂਜੀ ਹਾਂਜੀ। ਕਿਸਾਨ ਮੋਰਚਾ ਬੜਾ ਭਖਿਆ, ਕੋਈ ਸ਼ੱਕ ਨਹੀਂ। ਕਈ ਲੋਕ ਉੱਥੇ ਚਲੋ ਸੈਰ ਸਪਾਟਾ ਵੀ ਕਰਨ ਚਲੇ ਗਏ, ਆਪਾਂ ਉਹਨਾਂ ਨੂੰ ਵੀ ਰੋਕ ਸਕਦੇ, ਲੇਕਿਨ ਬਹੁਤੇ ਲੋਕ ਜਿਹੜੇ ਹੈ ਇਸ ਧਰਤੀ ਤੋਂ ਲੈ ਕੇ ਦੁਨੀਆ ਭਰ ਦੇ ਮੁਲਕਾਂ ਜਿੱਥੇ ਜਿੱਥੇ ਵੀ ਕਿਸਾਨ ਵਸਦਾ ਜਾਂ ਪੰਜਾਬੀ ਵਸਦਾ ਜਾਂ ਸਿੱਖ ਵਸਦਾ, ਉਹਨਾਂ ਨੇ ਤਨੋਂ ਮਨੋਂ ਧਨੋਂ ਸਾਰਾ ਯਤਨ ਕੀਤਾ ਔਰ ਇਸ ਕਿਸਾਨ ਮੋਰਚੇ ਦੇ ਹੱਕ ਵਿੱਚ ਖੜ ਗਿਆ। ਸਰਕਾਰ ਦੀ ਬੇਈਮਾਨੀ ਮੁੱਢੋਂ ਹੀ ਸੀਗੀ, ਉਹ ਕਾਰਪੋਰੇਟ ਦੇ ਹੱਕ ਵਿੱਚ ਖੜਨੀ ਚਾਹੁੰਦੀ ਸੀ ਤੇ ਆਪਦੇ ਗਲੋਂ ਸਾਰਾ ਗਲਗਲਾਮਾ ਲਾ ਕੇ ਤੇ
ਕਿਸਾਨ ਨੂੰ ਮੰਗਤਾ ਬਣਾਉਣਾ ਚਾਹੁੰਦੀ ਸੀ। ਇਹਦੇ ਤੇ ਸਾਨੂੰ ਕੋਈ ਬਹੁਤਾ ਮੈਂ ਟਾਈਮ ਨਹੀਂ ਲੈਂਦਾ ਕਿਉਂਕਿ ਇਹਦਾ ਨਿਸ਼ਾਨਾ ਸਾਰਿਆਂ ਨੂੰ ਹੀ ਪਤਾ ਹੈ। ਹੁਣ ਦੇਖਣ ਵਾਲੀ ਗੱਲ ਉਹਦੀ ਵੱਡੀ ਬੇਈਮਾਨੀ ਇਹ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਾਕੀ ਦੇ ਇੰਡੀਆ ਦੇ ਜਿਹੜੇ ਕਿਸਾਨ ਆ ਉਸ ਤੋਂ ਅਲੱਗ ਕਰ ਦਿੱਤਾ ਜਾਵੇ। ਉਹਦੇ ਵਿੱਚੋਂ ਫੇਲ ਹੋ ਗਏ ਕਿਉਂਕਿ ਹਰਿਆਣਾ ਗੱਲ ਕੀ ਦੂਜੇ ਸੂਬਿਆਂ ਦੇ ਜਿੰਨੇ ਕਿਸਾਨ ਹੈ ਜਿਵੇਂ ਆਪਣੇ ਰਕੇਸ਼ ਸ਼ਿਕਾਇਤ ਹੋਣੀ ਤੇ ਉਹਨਾਂ ਦੇ ਭਰਾ ਜਾਂ ਉਹਨਾਂ ਦੀ ਜਿੰਨੀ ਵੀ ਦੇਖ ਲਓ ਵੀ ਕਿੰਨੀ ਖਾਪ ਪੰਚਾਇਤਾਂ ਅੱਜ ਸਾਰੇ ਚਾਹੇ ਮੁਸਲਮਾਨ ਹੈ ਚਾਹੇ ਕੋਈ ਈਸਾਈ ਹੈ ਚਾਹੇ ਕੋਈ ਜਿਹੜਾ ਵੀ ਖੇਤੀ ਕਰਦਾ ਹੈ ਉਹ ਸਾਰਾ ਇਕੱਠਾ ਜੁੜ ਗਿਆ। ਇੱਥੇ ਸਰਕਾਰ ਫੇਲ ਹੋ ਗਈ। ਮਨਦੀਪ ਪੂਨੀਆ ਨੇ ਸਾਰੇ ਹਾਲਾਤ ਸੁਣਾਤੇ ਕਿ ਕਿਸ ਤਰ੍ਹਾਂ ਕਿ ਰਾਹ ਜਾਂਦੇ ਸਿੱਖਾਂ ਨੂੰ ਵੀ ਫੜ ਕੇ ਇੱਕ ਗ੍ਰੰਥੀ ਸਿੰਘ ਜਿਹੜਾ ਕਿ ਉਹ ਕੀ ਹੈਗਾ ਹਰਿਆਣੇ ਦਾ ਮਨੋਹਰ ਲਾਲ ਖੱਚਰ ਖੱਟੜ ਕਤਨ ਕੀ ਨਾਂ ਉਹਦਾ ਤੇ ਉਹਦੇ ਪਿੰਡ ਦੇ ਗ੍ਰੰਥੀ ਸਿੰਘ ਜਿਹੜੇ 70 ਸਾਲ ਦੇ ਜਿਨ੍ਹਾਂ ਦੀ ਏਜ ਹੈ ਬਰਾੜੀ ਗਰਾਊਂਡ ਤੋਂ ਫੜ ਕੇ ਉਹਨਾਂ ਨੂੰ ਵੀ ਕੁੱਟਿਆ ਮਾਰਿਆ ਗਾਲਾਂ ਕੱਢੀਆਂ ਤੇ ਜੇਲ੍ਹ 'ਚ ਦੇਤਾ ਹੈ। ਇਸੇ ਤਰ੍ਹਾਂ ਹੀ ਹੋਰ ਜਿਹੜੇ ਰਾਹ ਜਾਂਦੇ ਸੀ ਕਿਸਾਨ ਉਹਨੇ ਇਹਨਾਂ ਪਤਾ ਲੱਗ ਗਿਆ ਵੀ ਤੁਸੀਂ ਕਿਸਾਨ ਹੋ ਗਏ। ਹਾਂ ਉਹਨਾਂ ਨੇ ਇਹ ਨਹੀਂ ਪੁੱਛਿਆ ਤੁਸੀਂ ਕਿੱਥੇ ਚੱਲੇ ਹੋ ਭਾਵੇਂ ਉਹ ਕਿਸੇ ਰਿਸ਼ਤੇਦਾਰੀ 'ਚ ਮਿਲਣ ਚੱਲੇ ਸੀ ਉਹਨਾਂ ਨੂੰ ਫੜ ਕੇ ਉੱਥੇ ਜੇਲ੍ਹ 'ਚ ਬੰਦ ਕਰਤਾ। ਔਰ ਮਨਦੀਪ ਪੂਨੀਆ ਨੂੰ ਤੁਸੀਂ ਵੀ ਸੁਣ ਲਿਆ ਹੋਣਾ ਹੋਰ ਅਨੇਕਾਂ ਕਾਲਾਂ ਨੇ ਸੁਣ ਲਿਆ ਹੋਏਗਾ ਕਿ ਕਿੰਨੀਆਂ ਗੰਦੀਆਂ ਗਾਲਾਂ ਉਹਨਾਂ ਦੀ ਕਿੰਨੀ ਬੇਇੱਜ਼ਤੀ ਕਿੰਨੀ ਕੁੱਟਮਾਰ ਉਹਨਾਂ ਦੀ ਹੋਈ। ਉਹਨਾਂ ਦੀ ਜ਼ਮਾਨਤਾਂ ਕਦੋਂ ਹੋਣੀਆਂ ਰਿਹਾਈ ਕਦੋਂ ਹੋਣੀ ਇਹ ਕੋਈ ਪਤਾ ਨਹੀਂ। ਹੁਣ ਮੈਂ ਪਿੱਛੇ ਲੈ ਜਾਣਾ ਤੁਹਾਨੂੰ ਉਹ ਵੇਲਾ ਸੀ ਕਿ ਅਬਦਾਲੀ ਦੀ ਫੌਜਾਂ ਕੋਲ ਵੀ ਤੀਰ ਕਮਾਨ ਕਿਰਪਾਨ ਸੀ ਤੇ ਸਾਡੇ ਕੋਲ ਵੀ ਹੋਈ ਸੀ ਅਸੀਂ ਮੁਕਾਬਲਾ ਕਰ ਸਕਦੇ ਸੀ। ਲੇਕਿਨ ਅੱਜ ਦੀ ਸਰਕਾਰ ਕੋਲੇ ਉਹਦੇ ਕੋਲ ਆਰਮਰ ਹੈ ਸਾਡੇ ਕੋਲੇ ਕੁਛ ਹੈ ਨਹੀਂ ਉਹਦੇ ਮੁਕਾਬਲੇ। ਜਿਵੇਂ ਸੰਨ 84 ਦੇ ਵਿੱਚ ਜੋ ਕੁਝ ਸਾਡੇ ਨਾਲ ਹੋਇਆ ਉਹ ਆਪਾਂ ਭੁੱਲ ਨਹੀਂ ਸਕਦੇ। ਜਦ ਤੋਂ ਇੰਦਰਾ ਗਾਂਧੀ ਆਈ ਰਾਜੀਵ ਤੇ ਉਹ ਨਰਸਿਮਹਾ ਰਾਓ ਤੇ ਡਿਕਟੇਟਰਸ਼ਿਪ ਤਾਂ ਉਦੋਂ ਤੋਂ ਚੱਲੀ ਹੋਈ ਹੈ ਉਹ ਡਿਕਟੇਟਰ। ਹਾਂਜੀ ਆਪਾਂ ਹੋਰ ਵੀ ਕਾਲਰ ਨੇ ਜੀ ਧੰਨਵਾਦ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿਓ ਸਾਹਿਬ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਕੀ ਤੁਸੀਂ ਸਾਰੀ ਦੱਸ ਦਿੱਤੀ ਤਕਰੀਬਨ। ਮੈਂ ਇਹਦੇ ਵਿੱਚ ਇੱਕ ਜਾਤ ਭਾਈਚਾਰੇ ਦਾ ਜਿਹੜਾ ਸਿੱਖਾਂ ਦਾ ਉਦੋਂ ਸੰਬੰਧ ਸੀਗਾ ਜਿਹੜਾ ਅੱਜ ਵਾਲਾ ਉਹਦੇ ਵੀ ਥੋੜੀ ਚਾਨਣਾ ਪਾਉਣਾ ਚਾਹੁੰਦਾ ਵੀ ਇੱਕ ਤਾਂ ਇਹ ਹੈਗਾ ਵੀ ਅਬਦਾਲੀ ਦਾ 1761 ਵਿੱਚ ਜਿਹੜਾ ਮਰਾਠਿਆਂ ਨਾਲ ਯੁੱਧ ਹੋਇਆ ਜੰਗ ਹੋਈ ਉਹਦੇ ਵਿੱਚ ਸਿੱਖਾਂ ਨੇ ਪਾਰਟਿਸਪੇਸ਼ਨ ਨਹੀਂ ਕੀਤੀ ਸੀਗੀ ਅਲੱਗ ਰਹੇ ਸੀਗੇ ਤੇ ਉਹ ਰੱਖੋ ਵੀ ਮਰਾਠਿਆਂ ਦੇ ਆਪਣੇ ਫਲੈਗ ਸੀ ਜਾਟ ਭਾਈਚਾਰੇ ਦੇ ਕਿਉਂਕਿ ਉਹ ਜਿਹੜਾ ਸੂਰਜਮੱਲ ਸੀਗੇ ਭਾਰਤਪੁਰ ਦੇ ਬਹੁਤ ਵੱਡੇ ਇਹਨਾਂ ਦਾ ਆਪਣਾ ਇੱਕ ਰਾਜਪੁਰਾਂ ਦਾ ਫਲੈਗ ਹੁੰਦਾ ਸੀ ਕਾਫੀ ਵੱਡੀ ਤਾਕਤ ਸੀਗੀ ਤੇ ਸਿੱਖਾਂ ਨੇ ਉਸ ਤੋਂ ਬਾਅਦ ਚਲੋ ਪਾਰਟਿਸਪੇਸ਼ਨ ਨਹੀਂ ਕੀਤੀ ਸਾਰਾ ਕੁਝ ਲਿਆ ਜਿੱਤਿਆ। ਜਦੋਂ ਅਬਦਾਲੀ ਜਿੱਤ ਕੇ ਜਾਂਦਾ ਆ ਅਬਦਾਲੀ ਜਾਂਦਾ ਜਿਹੜਾ ਨਜੀਬੁੱਦੌਲਾ ਸੀਗਾ ਉਹਨੂੰ ਆਪਣਾ ਲਾ ਗਿਆ ਸੀਗਾ ਇਹ ਦਿੱਲੀ ਦੇ ਵਿੱਚ ਕਰਤਾ ਧਰਤਾ। ਉਹ ਨਜੀਬੁੱਦੌਲਾ ਨੇ ਕਿਉਂਕਿ 1761 ਚ ਇਹ ਜੰਗ ਹੁੰਦੀ ਆ ਪਾਣੀਪਤ ਦੀ ਬਾਅਦ ਵਿੱਚ ਘੱਲੂ ਕਰਤਾ ਤੇ 64 ਦੇ ਵਿੱਚ ਤੋਂ ਪਹਿਲਾਂ ਉਹਨੇ ਨਜੀਬੁੱਦੌਲਾ ਨੇ ਇਹਨਾਂ ਦੇ ਭਾਰਤਪੁਰ ਦਾ ਜਿਹੜਾ ਸੂਰਜਮੱਲ ਸੀਗਾ ਉਹਦਾ ਕਤਲ ਕਰ ਦਿੱਤਾ ਤੇ ਉਹਦਾ ਕਤਲ ਕਰਨ ਦੇ ਨਾਲ ਫਿਰ ਉਹਦਾ ਜਿਹੜਾ ਮੁੰਡਾ ਹੈਗਾ ਜਵਾਹਰ ਮੱਲ ਉਹ ਕਾਫੀ ਇਹਦੇ ਨਾਲ ਖਫਾ ਹੋ ਗਿਆ। ਮੰਨ ਲਓ ਇਹਨਾਂ ਦਾ ਕਾਫੀ ਨਜੀਬੁੱਦੌਲਾ ਨਾਲ ਹੋਇਆ ਉਦੋਂ ਮੈਂ ਇਹਨਾਂ ਦੀ ਪਰ ਨਜੀਬੁੱਦੌਲਾ ਇਹਨਾਂ ਦੇ ਡਿੱਕੇ ਨਹੀਂ ਆਇਆ ਕਿਉਂਕਿ ਅਬਦਾਲੀ ਦੀ ਉਹਨਾਂ ਨੂੰ ਸਪੋਰਟ ਸੀਗੀ ਉਦੋਂ ਵੀ ਹਾਲੇ ਸਟਿਲ। ਤੇ ਜਿਹੜੀਆਂ ਆਪਾਂ ਕਹਿੰਦੇ ਧੀਆਂ ਭੈਣਾਂ ਸਾਰੀਆਂ ਦੀ ਇੱਜ਼ਤਾਂ ਬਚਾਈਆਂ ਉਹਦੇ ਵਿੱਚ ਜਾਤ ਭਾਈਚਾਰੇ ਦੀਆਂ ਵੀ ਬਹੁਤ ਜ਼ਿਆਦਾ ਸੀਗੀਆਂ ਇਕੱਲਾ ਮਰਾਠਿਆਂ ਦੀਆਂ ਨਹੀਂ ਸੀਗੀਆਂ। ਇਹ ਕਾਫੀ ਸਤਿਕਾਰ ਪਹਿਲਾਂ ਗੁਰੂ ਕਾਲ ਤੋਂ ਵੀ ਇਹਨਾਂ ਦਾ ਜਾਟ ਭਾਈਚਾਰੇ ਦਾ ਕਾਫੀ ਸੀਗਾ। ਤੇ ਮੇਰਾ ਕਹਿਣ ਤੋਂ ਭਾਵ ਹੈ ਵੀ 1764 ਦੇ ਵਿੱਚ ਜਨਵਰੀ ਦੇ ਐਂਡ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਤਕਰੀਬਨ ਸਿੱਖਾਂ ਨੇ ਉਹਦੇ ਜਵਾਹਰ ਮੱਲ ਦੀ ਮਦਦ ਕਰਕੇ ਦਿੱਲੀ ਪਹਿਲੀ ਵਾਰੀ ਜਿੱਤੀ ਸੀਗੀ ਤੇ ਉਹ ਜਿਹੜਾ ਸਿੱਖਾਂ ਦਾ ਸੀਗਾ ਟ੍ਰੈਡੀਸ਼ਨ ਉਹਨੂੰ ਜਾਟ ਭਾਈਚਾਰਾ ਅੱਜ ਤੱਕ ਰਿਸਪੈਕਟ ਦਿੰਦਾ ਆ ਤੇ ਉਹ ਜਿਹੜੀਆਂ ਅੱਜ ਤੱਕ ਦੀਆਂ ਘਟਨਾਵਾਂ ਖਾਸ ਪੰਚਾਇਤਾਂ ਦੇ ਟ੍ਰੈਡੀਸ਼ਨ ਆ ਉਹ ਇੱਕ ਅਲੱਗ ਚੀਜ਼ ਆ ਪਰ ਉਹ ਚੀਜ਼ ਨੂੰ ਸਾਨੂੰ ਚੇਤੇ ਰੱਖਣਾ ਚਾਹੀਦਾ। ਇਹ ਰਾਸ਼ਟਰਵਾਦ ਦੇ ਵਿੱਚ ਫਸ ਕੇ ਸਿੱਖਾਂ ਨੇ ਕਾਫੀ ਨੁਕਸਾਨ ਕਰਾਇਆ ਜਾਟ ਭਾਈਚਾਰੇ ਨੇ ਵੀ ਆਪਣਾ ਕਰਾਇਆ ਤੇ ਹੁਣ ਮੇਰੇ ਖਿਆਲ ਨਾਲ ਅੱਜ ਵੀ ਸਾਨੂੰ ਇਹ ਚੀਜ਼ਾਂ ਚਾਹੀਦਾ ਜਾਂ ਲੈਫਟ ਹੋਇਆ ਜਾਂ ਕਿੱਦਾਂ ਇਹਨਾਂ ਤੇ ਸਾਨੂੰ ਇੰਨਾ ਵਿਸ਼ਵਾਸ ਕਰਨ ਦੀ ਲੋੜ ਨਹੀਂ। ਅਸੀਂ ਜਾਟ ਭਾਈਚਾਰੇ ਨੂੰ ਜੇ ਉਹ ਟ੍ਰੈਡੀਸ਼ਨ ਪੁਰਾਣਾ ਚੇਤੇ ਕਰਾਈਏ ਤਾਂ ਬਿਨਾਂ ਆਗੂਆਂ ਤੋਂ ਪਿੱਛੇ ਰਹਿ ਕੇ ਮਦਦ ਕਰਨੀ ਚਾਹੀਦੀ ਹੈ। ਮੇਰੇ ਖਿਆਲ ਨਾਲ ਉਹ ਟ੍ਰੈਡੀਸ਼ਨ ਉਹਦੇ ਵਿੱਚੋਂ ਕਾਫੀ ਹੈਲਪ ਕਰ ਸਕਦਾ। ਧੰਨਵਾਦ ਜੀ। ਧੰਨਵਾਦ।
ਧੰਨਵਾਦ ਬਹੁਤ ਬਹੁਤ। ਸਾਹਿਬ ਬਲਜਿੰਦਰ ਸਿੰਘ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਜੀ, ਸਮਾਂ ਦੇਣ ਦਾ ਧੰਨਵਾਦ। ਸਿਰ ਝੁਕਤਾ ਤੁਸੀਂ ਜਿਸ ਪ੍ਰੇਮ ਦੇ ਨਾਲ ਸਾਰਾ ਇਤਿਹਾਸ ਇਕੱਠਾ ਕਰਕੇ ਤੇ ਕੱਲੀ ਕੱਲੀ ਗੱਲ ਨੂੰ ਉਘਾੜ ਕੇ ਚਿਣ ਕੇ ਦੱਸਦੇ ਹੋ। ਸੱਚੇ ਪਾਤਸ਼ਾਹ ਤੁਹਾਨੂੰ ਅਸੀਂ ਚੜ੍ਹਦੀ ਕਲਾ ਦੇਣ ਤੇ ਇਸੇ ਤਰ੍ਹਾਂ ਹੀ ਤੁਸੀਂ ਅੱਗੇ ਹੋਰ ਖੁਲਾਸੇ ਕਰਦੇ ਰਹੋ। ਧੰਨਵਾਦ ਜੀ ਵੀਰ ਜੀ, ਧੰਨਵਾਦ ਬਹੁਤ ਬਹੁਤ। ਨਾਲ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਜੀ, ਤੁਸੀਂ ਬਹੁਤ ਡਿਟੇਲ ਦੇ ਵਿੱਚ ਦੱਸਿਆ ਇਤਿਹਾਸ ਦੇ ਬਾਰੇ ਚ ਜਿਹੜਾ ਘੱਲੂਘਾਰਾ ਸੀ। ਇਹਦੇ ਵਿੱਚ ਮੈਂ ਇੱਕ ਐਡੀਸ਼ਨ ਕਰਨੀ ਚਾਹੁੰਦਾ ਜਿਹੜੀ ਮੈਨੂੰ ਮੇਰੇ ਮਿੱਤਰ ਤੋਂ ਪਤਾ ਲੱਗੀ ਤੇ ਉਹਨਾਂ ਨੇ ਫਿਰ ਅੱਗੋਂ ਸੀਨਾ ਬਸੀਨਾ ਆਪਣੇ ਬਜ਼ੁਰਗਾਂ ਤੋਂ ਸੁਣੀ। ਉਹ ਇਹ ਗੱਲ ਹੈ ਕਿ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਜਿਹੜੇ ਸੀਗੇ ਉਹ ਨਾ ਸਿਰਫ ਸ਼ਸਤਰਧਾਰੀ ਯੋਧੇ ਸਨ, ਉਹ ਨਿਰਧਾਰਿਤ ਰਾਗਾਂ ਦੇ ਵਿੱਚ ਕੀਰਤਨ ਬਹੁਤ ਸ਼ਾਨਦਾਰ ਕਰਦੇ ਸਨ ਔਰ ਉਹਨਾਂ ਦੀ ਪਿੱਠ ਦੇ ਨਾਲ ਹਮੇਸ਼ਾ ਤਰਤੀ ਸਾਜ਼, ਉਹਦਾ ਨਾਮ ਨਹੀਂ ਮੈਨੂੰ ਪਤਾ ਨਹੀਂ ਦਿਲਰੂਬਾ ਕਹਿੰਦੇ ਨੇ ਜਾਂ ਤਾਊਸ ਕਹਿੰਦੇ ਜਾਂ ਸਰੰਦਾ ਕਹਿੰਦੇ, ਉਹ ਹਮੇਸ਼ਾ ਪਿੱਠ ਦੇ ਨਾਲ ਉਹਨਾਂ ਦੇ ਬੰਨਿਆ ਰਹਿੰਦਾ ਸੀ ਕਿ ਜਦੋਂ ਵੀ ਉਹ ਜੰਗ ਤੋਂ ਜਾਂ ਇਸ ਤਰ੍ਹਾਂ ਦੇ ਔਖੇ ਸਮੇਂ ਤੋਂ ਵਿਹਲੇ ਹੁੰਦੇ ਸੀ ਤਾਂ ਉਹ ਆਪਣੀ ਸੁਰਤ ਨੂੰ ਗੁਰੂ ਦੀ ਬਾਣੀ ਦੇ ਗਾਇਨ ਦੇ ਦੁਆਰਾ ਜੋੜਦੇ ਸਨ ਤੇ ਨਾਲ ਸੰਗਤਾਂ ਨੂੰ ਵੀ ਜੋੜਦੇ ਸਨ, ਸਿੱਖਾਂ ਨੂੰ ਵੀ ਜੋੜਦੇ ਸਨ। ਇਸ ਤਰ੍ਹਾਂ ਉਹ ਗੁਰੂ ਮਹਾਰਾਜ ਦੀ ਕਿਰਪਾ ਨੂੰ ਹਾਸਲ ਕਰਨ ਦਾ ਯਤਨ ਕਰਦੇ ਸਨ। ਇਹ ਬੜਾ ਇੱਕ ਪੱਖ ਹੈਗਾ ਜਿਹੜਾ ਕਿ ਆਪਾਂ ਨੂੰ ਘੱਟ ਪਤਾ ਹੈ ਕਿ ਬਹੁਤ ਸਾਰੇ ਸਿੱਖ ਸਰਦਾਰ ਉਸ ਵੇਲੇ ਰਾਗਾਂ ਦੇ ਵਿੱਚ ਕੀਰਤਨ ਕਰਨ ਦੀ ਵਿਦਿਆ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਈਵਨ ਕਿ ਇੱਥੇ ਤੱਕ ਵੀ ਸੁਣਿਆ ਗਿਆ ਕਿ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਜਦੋਂ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋ ਕੇ ਡਿੱਗਦੇ ਵੀ ਸੀਗੇ ਤਾਂ ਉਹ ਇਸ ਹਿਸਾਬ ਨਾਲ ਡਿੱਗਦੇ ਸੀ ਕਿ ਵੀ ਸ਼ਸਤਰ ਨਾ ਮੇਰਾ ਟੁੱਟੇ, ਭਾਵੇਂ ਮੇਰੇ ਸੱਟ ਲੱਗ ਜਾਵੇ। ਸੋ ਦੇਖੋ ਐਡੀ ਵੱਡੀ ਗੁਰੂ ਮਹਾਰਾਜ ਦੀ ਬਾਣੀ ਨੂੰ ਪੜ੍ਹਨ ਦੀ ਜਿਹੜੀ ਰਵਾਇਤ ਆ ਉਹਨੂੰ ਕਾਇਮ ਰੱਖਣਾ ਇਹ ਦੱਸਦੀ ਹੈ ਕਿ ਸਿੱਖਾਂ ਦੇ ਵਿੱਚ ਹਰ ਤਰ੍ਹਾਂ ਦੀ ਵਿਦਿਆ ਹਾਸਲ ਕਰਨ ਦਾ, ਰਾਗ ਵਿਦਿਆ ਹਾਸਲ ਕਰਨ ਦਾ, ਗਾਇਨ ਵਿਦਿਆ, ਕਵਿਤਾ ਰਚਣ ਦਾ, ਸ਼ਸਤਰਧਾਰੀ ਹੋਣ ਦਾ, ਰਾਜਨੀਤੀ ਦਾ, ਖੇਡਾਂ ਦੇ ਵਿੱਚ ਅੱਗੇ ਜਾਣ ਦਾ, ਆਧੁਨਿਕ ਵਿਦਿਆ ਦਾ ਉਸ ਤਰ੍ਹਾਂ ਉਸ ਸਮੇਂ ਰੁਝਾਨ ਬਹੁਤ ਸੀ ਜਿਹੜਾ ਕਿ ਹੁਣ ਘਟਦਾ ਜਾ ਰਿਹਾ। ਮੈਂ ਇਹ ਦੱਸ ਕੇ ਇਹ ਬੇਨਤੀ ਵੀ ਕਰਨਾ ਚਾਹੁੰਦਾ ਕਿ ਆਪਾਂ ਪੜ੍ਹਨ ਦੀ ਰੁਚੀ ਜ਼ਰੂਰ ਰੱਖੀਏ ਆਪਣੇ ਇਤਿਹਾਸ ਨੂੰ। ਜਿਹੜਾ ਮੌਜੂਦਾ ਜਿੰਨੇ ਵੀ ਲੇਖਕ ਹੈਗੇ ਆ ਜੋ ਲਿਖਦੇ ਆ ਉਹਦੇ ਨਾਲ ਨਾਲ ਜਿਹੜੇ ਅੱਜ ਤੋਂ 100 ਸਾਲ 200 ਸਾਲ 300 ਸਾਲ ਪਹਿਲਾਂ ਕਿਤਾਬਾਂ ਲਿਖੀਆਂ ਗਈਆਂ ਗੈਰ ਸਿੱਖ ਵਿਦਵਾਨਾਂ ਵੱਲੋਂ, ਭਾਵੇਂ ਉਹਨਾਂ ਨੇ ਕੱਟੜਪੁਣੇ ਦੇ ਵਿੱਚ ਸਿੱਖਾਂ ਨੂੰ ਥੱਲੇ ਦਿਖਾਉਣ ਦੀ ਖਾਤਰ ਉਹ ਗੱਲਾਂ ਲਿਖੀਆਂ, ਪਰ ਉਹ ਗੱਲਾਂ ਪੜ੍ਹ ਕੇ ਸਾਨੂੰ ਪਤਾ ਲੱਗਦਾ ਕਿ ਸਾਡੇ ਪੁਰਖਿਆਂ ਦੇ ਵਿੱਚ ਕਿੱਡੇ ਵੱਡੇ ਵੱਡੇ ਗੁਣ ਸਨ, ਕਿੰਨੇ ਗੁਣੀ ਗਿਆਨੀ ਸਨ। ਇਸ ਦੇ ਨਾਲ ਇੱਕ ਛੋਟੀ ਜੀ ਗੱਲ ਹੋਰ ਕਹਿ ਕੇ ਮੈਂ ਖਿਮਾ ਦਾ ਜਾਚਕ ਹੋਵਾਂਗਾ, ਉਹ ਇਹ ਹੈ ਕਿ ਇਸ ਸਮੇਂ ਦੇ ਵਿੱਚ ਬਾਬਾ ਕੌੜਾ ਮੱਲ ਜੀ ਜਿਨ੍ਹਾਂ ਨੂੰ ਸਿੱਖ ਸਰਦਾਰ ਸਮੇਂ ਪਿਆਰ ਨਾਲ ਮਿੱਠਾ ਮੱਲ ਕਹਿ ਕੇ ਜਾਣਦੇ ਸਨ, ਉਹ ਬਹੁਤ ਸਪੋਰਟ ਕੀਤੀ ਉਹਨਾਂ ਨੇ ਸਿੱਖਾਂ ਦੀ। ਭਾਵੇਂ ਉਹ ਅਬਦਾਲੀ ਦੇ ਮੁਲਾਜ਼ਮ ਸਨ ਪਰ ਉਹ ਦਿਲੋਂ ਗੁਰੂ ਮਹਾਰਾਜ ਦੀ ਸਿੱਖਿਆ ਦੇ ਨਾਲ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਦੇ ਨਾਲ ਬਹੁਤ ਪਿਆਰ ਕਰਨ ਵਾਲੇ ਸ਼ਖਸੀਅਤ ਸਨ ਤੇ ਉਹਨਾਂ ਨੂੰ ਬਹੁਤ ਯਾਦ ਕੀਤਾ ਜਾਣਾ ਚਾਹੀਦਾ ਇਸ ਸਮੇਂ ਦੇ ਵਿੱਚ ਵੀ। ਜੇਕਰ ਤੁਹਾਡੇ ਕੋਲੇ ਹੋਰ ਇਨਫੋਰਮੇਸ਼ਨ ਹੈ ਉਹਨਾਂ ਦੇ ਬਾਰੇ ਤਾਂ ਕਿਰਪਾ ਕਰਿਏ ਜ਼ਰੂਰ ਸਾਂਝੀ ਕਰਨਾ ਜੀ। ਧੰਨਵਾਦ। ਧੰਨਵਾਦ ਬਾਈ ਜੀ ਬਹੁਤ ਬਹੁਤ। ਸਾਹਿਬ ਭਲਿੰਦਰ ਸਿੰਘ ਜੀ ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਆਪਣੇ ਜਿਵੇਂ ਹੁਣ ਤੁਸੀਂ ਅੱਜ ਇਤਿਹਾਸ ਦੀ ਗੱਲ ਕੀਤੀ ਹੈ ਜੀ, ਅਸੀਂ ਵੀ ਉਹਨਾਂ ਚੋਂ ਹੀ ਆ, ਸਾਨੂੰ ਕਿਹੜਾ ਅਸੀਂ ਵੀ ਬਾਹਲਾ ਪੜ੍ਹਦੇ ਪੁੜਦੇ ਨਹੀਂ ਹੈਗੇ, ਜਿੰਨਾ ਕਿ ਸਾਹਮਣੇ ਰੇਡੀਓ ਫੇਸਬੁੱਕ ਕੁਛ ਵੀ ਕਿਸੇ ਵੀ ਢੰਗ ਨਾਲ ਮੂਹਰੇ ਆਉਂਦਾ ਉਹ ਦੇਖੀ ਦਾ ਟਰਾਈ ਕਰੀਦੀ ਆ। ਸੋ ਅੱਜ ਵੀ ਅਸੀਂ ਉਹ ਬੰਦਿਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਸਾਡੇ ਲਈ ਕੁਛ ਕੀਤਾ, ਕੌਮ ਲਈ ਕੀਤਾ, ਸੱਚ ਤੇ ਖੜੇ ਆ, ਇਤਿਹਾਸ ਬਣਿਆ। ਅਸੀਂ ਤਾਂ ਹੀ ਯਾਦ ਕਰਦੇ ਹਾਂ। ਜਿਉਂਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਖੜੀ ਆ। ਜਿਹੜਾ ਸੰਘਰਸ਼ ਚੱਲ ਰਿਹਾ ਕਿਸੇ ਨੇ ਨਹੀਂ ਦੇਖਿਆ ਤਾਂ ਇਹ ਕਿਉਂਕਿ ਖੁਦ ਆਪ ਕਿਸਾਨ ਉੱਥੇ ਜਿਹੜੇ ਬੈਠੇ ਆ ਵੱਡੇ ਵੱਡੇ ਅੰਦੋਲਨ ਕਰਨ ਵਾਲੇ ਖੁਦ ਮੰਨ ਰਹੇ ਆ ਵੀ ਇਹ ਚੀਜ਼ ਅਸੀਂ ਵੀ ਨਹੀਂ ਕਦੇ ਦੇਖੀ। 40 50 60 ਸਾਲ ਹੋ ਗਏ, ਠੀਕ ਆ ਜੀ। ਸੋ ਇਹ ਇਤਿਹਾਸ ਸਾਡੇ ਸਾਹਮਣੇ ਖੜਾ। ਸਾਨੂੰ ਚਾਹੀਦਾ ਵੀ ਹੁਣ ਤੁਸੀਂ ਕਿੱਥੇ ਖੜੇ ਹੋ, ਤੁਸੀਂ ਇਤਿਹਾਸ ਦਾ ਪੱਖ ਬਣਨਾ ਕਿ ਕਿਹੜੇ ਪੱਖ ਬਣਨਾ ਵਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਮੇਰੀ ਰਿਕੁਐਸਟ ਆ ਕਿ ਜਿੰਨੇ ਵੀ ਉੱਥੇ ਬੰਦੇ ਬੈਠੇ ਆ, ਬਜ਼ੁਰਗ, ਮਾਵਾਂ, ਭੈਣਾਂ, ਬੱਚੇ, ਸਾਨੂੰ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ। ਸਾਨੂੰ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ। ਉਹ ਜਿਵੇਂ ਵੀ ਬੈਠਿਆ, ਜਿਹੜੇ ਵੀ ਹਾਲ 'ਚ ਵੀ ਬੈਠਿਆ, ਸਾਨੂੰ ਉਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ, ਆਪ ਵੀ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਤੇ ਰਿਸਪੈਕਟ ਕਰਨੀ ਚਾਹੀਦੀ ਸਾਨੂੰ ਉਹਨਾਂ ਦੇ ਫੈਸਲੇ ਦੀ, ਉਹ ਜੋ ਵੀ ਕਰ ਰਹੇ ਆ। ਧੰਨਵਾਦ ਜੀ। ਇਹ ਸੀ ਜੀ ਅੱਜ ਦਾ ਪ੍ਰੋਗਰਾਮ ਤੇ ਅਖੀਰ ਦੇ ਵਿੱਚ ਇੱਕ ਢਾਡੀ ਵਾਰ ਤੁਹਾਨੂੰ ਸੁਣਾਉਣਾ ਲਾਂਡਰਾਂ ਵਾਲੇ ਜਥੇ ਦੀ। ਰੱਬ ਰਾਖਾ ਤੇ ਸੋਮਵਾਰ ਮੁੜਦੇ ਆ ਫੇਰ। ਚੜ੍ਹਦੀ ਕਲਾ।